ਸਤਨਾਮ ਸ੍ਰੀ ਵਾਹਿਗੁਰੂ ਜੀ। ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀਓ ਮਹਾਰਾਜ। ਫਿਰਤ ਫਿਰਤ ਪ੍ਰਭ ਆਇਆ, ਪਰਿਆ ਤੋ ਸਰਨਾਏ। ਨਾਨਕ ਕੀ ਪਰਮ ਬੇਨਤੀ, ਆਪਣੀ ਭਗਤੀ ਲਾਏ। ਵਾਹਿਗੁਰੂ ਜਗਤ ਜਲੰਦਾ ਰੱਖੇ ਲੈ। ਵਾਹਿਗੁਰੂ ਜਗਤ ਜਲੰਦਾ ਰੱਖ ਲੈ। ਆਪਣੀ ਕਿਰਪਾ ਧਾਰ। ਵਾਹਿਗੁਰੂ ਆਪਣੀ ਕਿਰਪਾ, ਪਿਆਰਿਆ ਆਪਣੀ ਕਿਰਪਾ ਧਾਰ। ਪਿਆਰੇ ਜੀ ਜਗਤ ਜਲੰਦਾ ਰੱਖ ਲੈ। ਵਾਹਿਗੁਰੂ ਜਗਤ ਜਲੰਦਾ ਰੱਖ ਲੈ। ਜਗਤ ਜਲੰਦਾ ਰੱਖ ਲੈ, ਆਪਣੀ ਕਿਰਪਾ ਧਾਰ। ਜਿਤ ਦੁਆਰੇ ਉਬਰੇ ਤਿੱਤੇ ਲਿਹੋ ਅਬਾਰ। ਸਤਿਗੁਰ ਸੁਖ ਵਿਖਾਲਿਆ, ਹਰ ਸੱਚਾ ਸ਼ਬਦ ਵਿਚਾਰ। ਨਾਨਕ ਅਵਰ ਨ ਸੁਝੇ, ਹਰ ਬਿਨ ਬਖਸ਼ਣਹਾਰ। ਵਾਹਿਗੁਰੂ ਜਗਤ ਜਲੰਦਾ ਰੱਖ ਲੈ। ਸਤਿਗੁਰੂ ਜੀ ਜਗਤ ਜਲੰਦਾ ਰੱਖ ਲੈ।
ਸਤਿਕਾਰਯੋਗ ਸਾਧ ਸੰਗਤ, ਆਪ ਸਭ ਮਾਈ ਭਾਈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਗੁਰਬਾਣੀ ਵਿਚਾਰਾਂ, ਗੁਰੂ ਘਰ ਦੀ ਕਥਾ ਸਰਵਣ ਕਰਨ ਵਾਸਤੇ। ਜੋ ਗੁਰੂ ਘਰ ਦੀ ਕਥਾ ਹੈ ਨਾ, ਇਹਨੂੰ ਕਹਿੰਦੇ ਨੇ ਅਮਰ ਕਥਾ। ਜਿਹਦੇ ਸੁਣਿਆ, ਧਿਆਨ ਨਾਲ ਅਮਲ ਕੀਤਿਆਂ ਅਮਰ ਹੋ ਜਾਈਦਾ ਹੈ। ਸੁਣੀ ਹੋਣੀ ਹੈ ਕਥਾ, ਸ਼ਿਵ ਜੀਆਂ ਨੇ ਅਮਰ ਕਥਾ ਸੁਣਾਈ ਸੀ ਸੁਖਦੇਵ ਜੀ ਨੂੰ। ਤੇ ਪਤਾ ਕਥਾ 'ਚ ਕੀ ਸੁਣਾਇਆ ਸੀ? ਸ਼੍ਰੀ ਰਾਮ ਚੰਦਰ ਜੀ ਦਾ ਜੀਵਨ। ਸੋ ਇਸੇ ਤਰ੍ਹਾਂ ਗੁਰੂ ਨਾਨਕ ਜੀ ਤੋਂ ਲੈ ਕੇ ਗੁਰੂ ਗ੍ਰੰਥ ਸਾਹਿਬ ਤੱਕ ਗੁਰੂ ਜੀਆਂ ਦੀ ਇਹ ਸਾਰੀ ਜਿਹੜੀ ਗੁਰੂ ਇਤਿਹਾਸ ਦੀ ਕਥਾ ਹੈ, ਇਹ ਅਮਰ ਕਥਾ ਹੈ। ਗੁਰਬਾਣੀ ਸਾਰੀ ਅਮਰ ਹੈ। ਕੋਈ ਗਾਵੇ ਕੋ ਸੁਣੇ ਹਰ ਨਾਮਾ ਚਿਤ ਲਾਏ, ਕਹੇ ਕਬੀਰ ਸੰਸਾ ਨਹੀਂ ਅੰਤ ਪਰਮਗਤ ਪਾਏ। ਬਾਕੀ ਆਪਣੀ ਆਪਣੀ ਬੁੱਧ ਹੁੰਦੀ ਹੈ, ਉਹ ਕਈ ਕਿਸਮ ਦੀ ਹੈ। ਇੱਕ ਮੈਲੀ ਬੁੱਧ ਹੈ, ਮੈਲੇ ਪਾਣੀ ਦੀਆਂ ਲਹਿਰਾਂ ਵੀ ਮੈਲੀਆਂ, ਗੰਦੇ ਪਾਣੀ ਦੀਆਂ ਲਹਿਰਾਂ ਗੰਦੀਆਂ। ਮਲੀਨ ਬੁੱਧ ਸੁਣਾਈ ਜੋ ਕਿਰਪਾ ਗੋਬਿੰਦ ਪਈ। ਦੂਸਰੀ ਨਰਮਦਾ ਬੁੱਧ, ਸੁਣਿਆ ਤੇ ਭੁੱਲ ਗਿਆ, ਸੁਣਿਆ ਤੇ ਭੁੱਲ ਗਿਆ। ਤੀਸਰੀ ਚਮੜਾ ਬੁੱਧ, ਭੋਗ ਪਿਆ ਤੇ ਭੁੱਲ ਵੀ ਗਿਆ। ਚੌਥੀ ਤੇਲੀਆ ਬੁੱਧ, ਯਾਦ ਬਹੁਤ ਕੁਛ ਹੋਣਾ। ਕਈਆਂ ਲੋਕਾਂ ਨੂੰ ਸਾਰੀ ਰਹਿਤ ਮਰਿਆਦਾ ਯਾਦ ਹੈ, ਪਰ ਉਹਦੇ 'ਤੇ ਚੱਲਦੇ ਨਹੀਂ। ਇਹ ਜੀ ਬੁੱਧ ਦਾ ਵੀ ਕੀ। ਪੰਜਵੀਂ ਤੀਖਣ ਬੁੱਧ ਹੈ, ਕਿਸੇ ਦਾ ਬਚਨ ਕੱਟਣ ਵਾਸਤੇ ਬੜੇ ਹੁਸ਼ਿਆਰ ਰਹਿਣਾ। ਛੇਵੀਂ ਸ੍ਰੇਸ਼ਟ ਬੁੱਧ ਹੈ, ਸਿਆਣੇ ਹੁੰਦੇ ਨੇ ਪੁਰਸ਼। ਸੱਤਵੀਂ ਵਿਵੇਕ ਬੁੱਧ ਹੈ, ਆਪ ਆਪਣੀ ਬੁੱਧ ਹੈ ਜਿੱਤੀ। ਨਾਲ ਨਾਲ ਵਿਚਾਰ ਕਰੀ ਜਾਣਾ। ਆਪਾਂ ਕੱਲ ਵਿਚਾਰ ਕਰ ਰਹੇ ਸੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਜਿਨ੍ਹਾਂ ਨੂੰ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਆਖਿਆ ਜਾਂਦਾ ਹੈ। ਕੋਈ ਵੀ ਬਚਨ ਹੋਵੇ ਗੁਰੂ ਜੀ ਕਲਗੀ ਵਾਲੇ, ਤੇ ਆਮ ਸਮਝ ਲੱਗਦੀ ਹੈ ਕਿ ਇਹ ਬਚਨ ਗੁਰੂ ਮਹਾਰਾਜ 10ਵੀਂ ਪਾਤਸ਼ਾਹੀ ਵੱਲ। ਪਰ ਕਲਗੀ ਤਾਂ ਗੁਰੂ ਹਰਗੋਬਿੰਦ ਮਹਾਰਾਜ ਜੀ ਵੀ ਲਾਉਂਦੇ ਹੁੰਦੇ, ਉਹ ਵੀ ਜੋਤ ਉਹੀ ਹੈ। ਕਲਗੀ ਗੁਰੂ ਹਰਰਾਜ ਸਾਹਿਬ ਵੀ ਲਾਉਂਦੇ ਰਹੇ। ਕਲਗੀ 8ਵੀਂ ਪਾਤਸ਼ਾਹੀ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਵੀ ਲਾਉਂਦੇ ਰਹੇ। ਕਲਗੀ ਗੁਰੂ ਤੇਗ ਬਹਾਦਰ ਜੀ ਵੀ ਲਾਉਂਦੇ ਰਹੇ। ਉਹ ਵੀ ਤਾਂ ਕਲਗੀਆਂ ਵਾਲੇ ਸੱਚੇ ਪਾਤਸ਼ਾਹ, ਜੋਤ ਵੀ ਉਹੀ ਹੈ। ਪਰ ਸਿਰਫ ਇਤਨਾ ਕੀ ਅੰਤਰ ਹੈ ਕਿ ਗੁਰੂ ਹਰਗੋਬਿੰਦ ਮਹਾਰਾਜ ਜੀ ਤੋਂ ਲੈ ਕੇ ਗੁਰੂ ਤੇਗ ਬਹਾਦਰ ਤੱਕ ਆਪ ਜੀਆਂ ਨੇ ਆਪਣੇ ਪਿੱਤਰ ਸੀਸ 'ਤੇ ਕਲਗੀ ਉਦੋਂ ਸਜਾਈ ਜਦੋਂ ਗੁਰਗੱਦੀ 'ਤੇ ਬਿਰਾਜੇ। ਪਰ ਗੁਰੂ ਮਹਾਰਾਜ ਜੀ ਨੇ 3.5 ਸਾਲ ਦੀ ਉਮਰ ਪਟਨੇ ਸ਼ਹਿਰ ਵਿੱਚ ਕਮਾਈ ਲੈ ਕੇ ਆਈ ਸੀ ਤੇ ਉਦੋਂ ਲਾਈ। ਉੱਥੋਂ ਦੇ ਛੋਟੇ ਛੋਟੇ ਬਾਲ ਗੁਰੂ ਮਹਾਰਾਜ ਜੀ ਦੇ ਦਰਸ਼ਨ ਰੋਜ਼ ਕਰਨ ਵਾਲੇ, ਗੁਰਮਤਿ ਦੀਆਂ ਖੇਡਾਂ ਨਾਲ ਖੇਡਣ ਵਾਲੇ। ਕਲਗੀ ਵਾਲਾ, ਕਲਗੀਆਂ ਵਾਲੇ, ਕਲਗੀ ਵਾਲਾ, ਕਲਗੀਆਂ ਵਾਲੇ, ਜੋ ਕਿ ਸਾਰੇ ਬ੍ਰਹਮੰਡਾਂ ਵਿੱਚ ਇੱਕੋ ਹੀ ਆਵਾਜ਼ ਗੂੰਜ ਰਹੀ ਹੈ। ਤੁਸੀਂ ਵੀ ਪੜ੍ਹੋ ਤੇ ਉਸ ਕਥਾ ਨੂੰ ਅੱਗੇ ਸ਼ੁਰੂ ਕਰੀਏ। ਕਲਗੀ ਵਾਲੇ ਦੇ ਗੁਣ ਗਾਈਏ ਪਿਆਰੇ ਖਾਲਸਾ, ਬਾਜਾਂ ਵਾਲੇ ਦੇ ਗੁਣ ਗਾਈਏ ਜੀ ਪਿਆਰੇ ਖਾਲਸਾ ਜੀ। ਬਾਜਾਂ
ਐਸੇ ਗੁਰੂ ਮਹਾਰਾਜ ਜਿਨ੍ਹਾਂ ਨੇ ਵਿਚਾਰ ਹੋਈ ਸੀ ਕਿ 5 ਆਪਣੇ ਪਿਆਰੇ ਪਿਆਰੇ ਗੁਰਮੁਖ ਗੁਰਸਿੱਖਾਂ ਦੇ ਸੀਸ ਧੜਾ ਨਾਲੋਂ ਲਹਿਦਾ ਕਰਕੇ ਤੇ ਫੇਰ ਲਾ ਦਿੱਤੇ। ਇਸ 'ਤੇ ਵੀ ਕੁਝ ਵਿਚਾਰਾਂ ਹੋਈਆਂ ਕਿ ਉਹ ਜਿੰਦੇ ਕੀਤੇ ਗਏ ਸਤਿਗੁਰ ਮੇਰਾ ਮਾਰ ਜਵਾਲੇ। ਗੁਰੂ ਸਾਹਿਬ ਜੀ ਨੇ ਫਿਰ ਅੰਮ੍ਰਿਤ ਤਿਆਰ ਕਰਨਾ ਸ਼ੁਰੂ ਕੀਤਾ। ਸਰਬਲੋ ਦਾ ਬਾਟਾ, ਖੰਡਾ, ਸਤਲੁਜ ਦਾ ਜਲ ਮੰਗਾਇਆ, ਅਰਦਾਸ ਕੀਤੀ। ਉਹ 5 ਗੁਰਮੁਖਾਂ ਨੂੰ ਹਜ਼ੂਰੀ ਵਿੱਚ ਖੜੇ ਕਰ ਲਿਆ। ਅੰਮ੍ਰਿਤ ਗੁਰਬਾਣੀਆਂ ਪੜ੍ਹਨੀਆਂ ਸ਼ੁਰੂ ਕੀਤੀਆਂ। ਗੁਰੂ ਜੀ ਖੰਡਾ ਚਲਾਈ ਜਾਂਦੇ ਨੇ ਅਤੇ ਗੁਰਬਾਣੀ ਪੜ੍ਹੀ ਜਾਂਦੇ ਨੇ, ਪਾਠ ਪੜ੍ਹੀ ਜਾਂਦੇ। ਆਪ ਜੀਆਂ ਨੇ 5 ਬਾਣੀਆਂ ਦਾ ਪਾਠ ਕੀਤਾ, ਫਿਰ ਅਰਦਾਸ ਕੀਤੀ। ਪਰ ਜਦੋਂ ਇਹ ਜਲ ਪਾ ਕੇ ਅੰਮ੍ਰਿਤ ਤਿਆਰ ਹੋ ਰਿਹਾ ਹੈ, ਕੋਈ ਉੱਪਰ ਦੇ ਮੰਡਲਾਂ ਦੇ ਦੇਵਤੇ ਜਿਨ੍ਹਾਂ ਨੂੰ ਬੜੀ ਇੱਛਾ ਵੀ ਸਾਨੂੰ ਵੀ ਇਹ ਪ੍ਰਸ਼ਾਦ ਮਿਲ ਜਾਏ, ਕਿਸੇ ਛੋਟੇ ਜਿਹੇ ਜਾਨਵਰ ਦੇ ਰੂਪ ਵਿੱਚ, ਜਿਹਨੂੰ ਆਪਾਂ ਚਿੜੇ ਕਹਿ ਦਿੰਦੇ ਹਾਂ, ਇੱਕ ਬੂੰਦ ਡਿੱਗੀ। ਉਹਨਾਂ ਆਪਸ ਵਿੱਚ ਦੋਹਾਂ ਨੇ ਯੁੱਧ ਮਚਾ ਦਿੱਤਾ। ਦੋਵੇਂ ਹੀ ਸਰੀਰ ਛੱਡ ਕੇ ਬਹੁਤ ਸੁੰਦਰ ਬਵਾਨਾਂ ਵਿੱਚ ਬੈਠ ਕੇ ਬੈਕੁੰਠਾਂ ਨੂੰ ਜਾ ਰਹੇ ਨੇ। ਇਹ ਸਾਰਾ ਨਜ਼ਾਰਾ ਬ੍ਰਹਮ ਗਿਆਨੀ ਬਾਬਾ ਜਿਹੜੇ ਰਾਮ ਕੀਰ ਜੀ ਹੋਏ ਹਨ, ਇਹਨਾਂ ਨੇ ਦੇਖਿਆ। ਇਹਨਾਂ ਨੇ ਹੌਲੀ ਜਿਹੀ ਇੱਕ ਸਿੱਖ ਦੇ ਕੰਨ ਵਿੱਚ ਕਿਹਾ, ਜਾਓ ਮਾਤਾ ਜੀ ਨੂੰ ਬੇਨਤੀ ਕਰਨਾ ਕੋਈ ਮਠਾਸ ਪਾ ਦੇਣ, ਕਿਤੇ ਐਸਾ ਹੀ ਨਾ ਹੋਵੇ ਗੁਰੂ ਜੀ ਅੰਮ੍ਰਿਤ ਤਿਆਰ ਕਰ ਰਹੇ ਹਨ। ਪਹਿਲੀ ਵਾਰੀ ਇਹ 10ਵੇਂ ਜਾਮੇ ਵਿੱਚ ਗੁਰੂ ਨਾਨਕ ਜੀ ਨੇ ਇਸ ਤਰ੍ਹਾਂ ਕੀਤਾ। ਅੱਗੇ ਇਸ ਤਰ੍ਹਾਂ ਨਹੀਂ ਸੀ ਚਰਨ ਪੌਲ ਦਿੰਦੇ ਸਨ। ਪਰ ਬਾਬਾ ਰਾਮ ਕੌਰ ਜੀ ਨੂੰ ਕਿਵੇਂ ਪਤਾ ਲੱਗ ਗਿਆ ਕਿ ਗੁਰੂ ਜੀ ਅੰਮ੍ਰਿਤ ਤਿਆਰ ਕਰ ਰਹੇ ਹਨ? ਕਰਤੇ ਕੀਮਤ ਕਰਤਾ ਜਾਣੈ, ਕਹਿ ਜਾਣੈ ਗੁਰਸੂਰਾ। ਗੁਰੂ ਮਹਾਰਾਜ ਜਾਣਦੇ ਹਨ, ਵਾਹਿਗੁਰੂ ਜੀ ਆਪ ਹਨ, ਅਤੇ ਜਾਂ ਉਹਨਾਂ ਨੂੰ ਕੋਈ ਮਿਲਿਆ ਹੋਇਆ ਇਸ ਭੇਤ ਨੂੰ ਜਾਣਦਾ ਹੈ, ਬਾਕੀ ਕਿਸੇ ਨੂੰ ਕੁਝ ਨਹੀਂ ਪਤਾ। ਉਸ ਸਿੱਖ ਨੇ ਜਾ ਕੇ ਬੇਨਤੀ ਕੀਤੀ ਮਾਤਾ ਜੀਆਂ ਨੂੰ, ਜਿਨ੍ਹਾਂ ਦਾ ਬਾਅਦ ਵਿੱਚ ਨਾਂ ਮਾਤਾ ਅਜੀਤ ਕੌਰ ਹੋਇਆ, ਪੁਰਾਣਾ ਨਾਂ ਮਾਤਾ ਜੀਤਾ ਜੀ ਹੈ। ਗੁਰੂ ਕੇ ਮਹਿਲ ਮਾਤਾ ਜੀ ਇੰਜ ਕਰਕੇ ਮੈਨੂੰ ਬਾਬਾ ਬੁੱਢਾ ਸਾਹਿਬ ਦੀ ਅੰਸਾ ਵਿੱਚ ਜਿਹੜੇ ਬ੍ਰਹਮ ਗਿਆਨੀ ਹਨ, ਬਾਬਾ ਰਾਮ ਕੌਰ ਜੀ ਗੁਰੂ ਚਰਨਾਂ ਵਿੱਚ ਬੈਠੇ, ਉਹਨਾਂ ਨੇ ਭੇਜਿਆ, ਆਪ ਮਠਾਸ ਪਾ ਦਿਓ। ਉਹਨਾਂ ਨੇ ਇਹ ਵੀ ਦੱਸਿਆ ਕਿ ਗੁਰੂ ਜੀ ਅੰਮ੍ਰਿਤ ਤਿਆਰ ਕਰ ਰਹੇ ਹਨ। ਮਾਤਾ ਜੀ ਨੇ ਬਹੁਤ ਸੁੰਦਰ ਰੁਮਾਲੇ ਵਿੱਚ ਪਤਾਸੇ ਲੈ ਲਏ। ਕਈ ਵਾਰੀ ਐਸਾ ਵੀ ਹੁੰਦਾ ਵੀ ਝੋਲੀ 'ਚ ਪਾ ਲਏ, ਐਸਾ ਨਹੀਂ। ਬੜੇ ਸਿਆਣੇ ਸਨ, ਮਾਤਾ ਜੀ ਸਨ। ਝੋਲੀ 'ਚ ਕੋਈ ਚੀਜ਼ ਪਾ ਕੇ ਵੈਸੇ ਵੀ ਤੁਰਿਆ ਫਿਰੇ ਅਤੇ ਮਾਈਆਂ ਕਹਿੰਦੀਆਂ ਝੋਲੀ ਠਾਹ ਨੂੰ ਕਰ, ਤੇਰਾ ਢਿੱਡ ਨੰਗਾ ਹੁੰਦਾ ਹੀ ਹੈ, ਨਿਆਣਾ ਨਾ ਹੋਵੇ ਤਾਂ। ਉਹ ਐਸਾ ਨਹੀਂ, ਉਹ ਇੱਕ ਸੁੰਦਰ ਰੁਮਾਲੇ ਵਿੱਚ ਪਾ ਕੇ ਪਤਾਸੇ ਹੱਥ ਵਿੱਚ ਲਈ ਆਉਂਦੇ ਨੇ, ਕੋਲ ਆ ਕੇ ਖੜ੍ਹੇ ਨੇ, ਕਿਸੇ ਇੰਤਜ਼ਾਰ ਵਿੱਚ ਨੇ। ਤਦੇ ਹੀ ਕਵੀ ਸੰਤੋਖ ਸਿੰਘ ਜੀ ਨੇ ਲਿਖਿਆ, ਭਲਾ ਹੁਆ ਤੂੰ ਚੱਲ ਕਰ ਆਈ। ਜਿਹਨੇ ਗੁਰੂ ਜੀ ਨੇ ਕਿਹਾ ਸੀ ਤੁਸੀਂ ਬਹੁਤ ਚੰਗਾ ਕੀਤਾ ਹੈ, ਖਾਲਸੇ ਦੇ ਇਸ ਜਨਮ ਸਮੇਂ ਤੁਹਾਡਾ ਆਉਣਾ ਵੀ ਬਹੁਤ ਜ਼ਰੂਰੀ ਸੀ। ਇਸ਼ਾਰੇ ਦੀ ਇੰਤਜ਼ਾਰ ਵਿੱਚ ਸਨ। ਗੁਰੂ ਮਹਾਰਾਜ ਨੇ ਇਸ਼ਾਰਾ ਕੀਤਾ, ਮਾਤਾ ਜੀਆਂ ਨੇ ਉਹ ਪਤਾਸੇ ਜਿਹੜੇ ਸੀ ਵਾਹਿਗੁਰੂ ਵਾਹਿਗੁਰੂ ਬੋਲਦਿਆਂ ਹੋਇਆਂ ਉਸ ਵਿੱਚ ਪਾਈ ਜਾਂਦੇ ਨੇ। ਗੁਰੂ ਜੀ ਨੇ ਬਾਣੀਆਂ ਦਾ ਪਾਠ ਕੀਤਾ, ਬਾਟਾ ਹੱਥ ਵਿੱਚ ਲਿਆ, ਅਰਦਾਸ ਕੀਤੀ, ਫਿਰ ਰੱਖ ਦਿੱਤਾ। ਫਿਰ ਬਚਨ ਹੋਇਆ ਉਹਨਾਂ ਨੂੰ ਜਿਨ੍ਹਾਂ ਦੇ ਸੀਸ ਲਏ ਸੀ, ਆਓ ਵੀ ਹੁਣ ਤੁਹਾਨੂੰ ਇਹ ਅੰਮ੍ਰਿਤ ਤਿਆਰ ਹੋ ਗਿਆ ਅਤੇ ਇਹ ਛਕਾਇਆ ਜਾਏਗਾ। ਸੋਰ ਨਰ ਮੁਨਜਨ ਅੰਮ੍ਰਿਤ ਖੋਜਦੇ। ਵੱਡੇ ਵੱਡੇ ਜਿਹੜੇ ਦੇਵਤੇ ਹਨ ਉਹ ਅੰਮ੍ਰਿਤ ਲੱਭਦੇ ਰਹੇ, ਪਰ ਉਹਨਾਂ ਨੂੰ ਮਿਲਿਆ ਨਾ। ਕਿਉਂ ਨਾ ਮਿਲਿਆ? ਅੰਮ੍ਰਿਤ ਤਾਂ ਗੁਰੂ ਨਾਨਕ ਦੀ ਮਹਾਰਾਜ ਕੋਲ ਹੈ, ਅੰਮ੍ਰਿਤ ਤਾਂ ਵਾਹਿਗੁਰੂ ਕੋਲ ਹੈ, ਵਾਹਿਗੁਰੂ ਗੁਰੂ ਨਾਨਕ ਸਾਹਿਬ ਰੱਬ ਕੋਲ ਹੈ। ਅਪਰੰਪਰ ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜੀਓ,
ਇਹਨਾਂ ਕੋਲ ਹੈ, ਗੁਰੂ ਮਹਾਰਾਜ ਕੋਲ ਹੈ, ਤੇ ਉਹ ਦੇਵਤਿਆਂ ਵਿਚਾਰਿਆਂ ਨੂੰ ਕਿੱਥੋਂ ਮਿਲ ਜਾਂਦਾ? ਜਿਹੜੀ ਚੀਜ਼ ਕਿਸੇ ਕੋਲ ਹੈ ਹੀ ਨਹੀਂ ਉਹ ਕਿਵੇਂ ਦੇ ਦੇਗਾ? ਜਿਵੇਂ ਗੁਰਬਾਣੀ ਵਿੱਚ ਆਉਂਦਾ ਹੈ ਕਿ ਦੇਵੀ ਦੇਵਤਿਆਂ ਕੋਲ ਮੁਕਤੀ ਹੈ ਹੀ ਨਹੀਂ। ਤੁਮ ਜੋ ਕਹਤੇ ਆਦ ਭਵਾਨੀ ਮੁਕਤ ਕੀ ਬਰੀਆ ਕਹਾ ਛਪਾਨੀ। ਇਸ ਕਰਕੇ ਬਾਣੀ ਵਿੱਚ ਐਸਾ ਦੱਸਿਆ, ਜਦੋਂ ਮੁਕਤੀ ਦਾ ਸਮਾਂ ਆਉਂਦਾ ਉਦੋਂ ਕਿੱਥੇ ਚਲੀ ਜਾਂਦੀ ਹੈ? ਜਿਹੜੀ ਵਸਤੂ ਜਿਹਦੇ ਕੋਲ ਹੈ ਹੀ ਨਹੀਂ ਉਹ ਵਿਚਾਰਾ ਦੇ ਕਿੱਥੋਂ ਦੇਗਾ? ਹੋਰ ਕਿਸਮ ਦੇ ਅੰਮ੍ਰਿਤ, ਕਿਸੇ ਦੀ ਸਿਹਤ ਠੀਕ ਹੈ, ਕਿਸੇ ਦੀ ਬਿਮਾਰੀ ਹਟ ਜਾਣੀ, ਉਹਨਾਂ ਦੇ ਨਾਂ ਇਹੋ ਜਿਹੇ ਰੱਖੇ ਹੋਏ ਸੀ। ਸ਼ਾਹ ਚਕੰਦਰ ਡੂੰਘੇ ਆਬੇ ਹਯਾਤ ਨੂੰ, ਫਿਰਦਾ ਵਿੱਚ ਪਹਾੜਾਂ ਦਿਨ ਤੇ ਰਾਤ ਨੂੰ, ਫੇਰ ਨਾ ਪੀਤਾ ਪਿਆਲਾ ਆਪਣੇ ਦਸਤ ਪਰ, ਵਜੀਦਾ ਕੌਣ ਸਾਹਿਬ ਨੂੰ ਆਖੇ ਇੰਜ ਨਹੀਂ ਤੇ ਇੰਜ ਕਰ। ਉਹ ਉਹਨਾਂ ਅੰਮ੍ਰਿਤਾਂ ਦੇ ਨਾਂ ਉਹ ਅੰਮ੍ਰਿਤ ਰੱਖੇ ਹੋਏ ਸਨ, ਪਰ ਉਹ ਅੰਮ੍ਰਿਤ ਹੈ ਨਹੀਂ ਸੀ ਜਿਸ ਨੂੰ ਪੀ ਕੇ, ਜਿਸ ਨੂੰ ਛਕ ਕੇ ਗੁਰੂ ਨਾਨਕ ਦੀ ਚਰਨੀ ਲੱਗ ਕੇ ਕੋਈ ਅਮਰ ਹੋ ਜਾਏ, ਜੰਮਣ ਮਰਨ ਮੁੱਕ ਜਾਏ ਜਿਸ ਦਾ, ਸੋ ਉਹ ਗੁਰੂ ਮਹਾਰਾਜ ਕੋਲ ਹੈ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਇਹਨੂੰ ਕਹਿੰਦੇ ਨੇ ਸੰਸਕਾਰ ਅੰਮ੍ਰਿਤ। ਜਿਵੇਂ ਅੰਮ੍ਰਿਤ ਛਕ ਲਿਆ, ਗੁਰੂ ਵਾਲੇ ਬਣ ਗਏ। ਜਿਹੜਾ ਸਾਨੂੰ ਪੰਜ ਪਿਆਰਿਆਂ ਨੇ ਨਾਮ ਦਿੱਤਾ ਉਹਦਾ ਸਿਮਰਨ ਕਰਨਾ। ਕਈ ਵਾਰੀ ਭੁਲੇਖੇ ਪਾਏ ਜਾਂਦੇ ਨੇ, ਤੂੰ ਅੰਮ੍ਰਿਤ ਛਕ ਲਿਆ ਤੇ ਨਾਮ ਮੈਂ ਤੈਨੂੰ ਹੋਰ ਕਿਤੋਂ ਦਵਾਉਣਾ ਜਾ ਕੇ। ਐਸੀ ਬਾਤ ਨਹੀਂ ਹੈ। ਵਾਹਿਗੁਰੂ ਗੁਰੂ ਮੰਤਰ ਹੈ ਜਪ ਹਉਮੈ ਖੋਈ। ਜਿਹੜਾ ਪੰਜ ਪਿਆਰਿਆਂ ਨੇ ਸਾਨੂੰ ਗੁਰੂ ਮੰਤਰ ਦਿੱਤਾ ਹੈ ਉਹੀ ਨਾਮ ਹੈ, ਉਹੀ ਵਾਹਿਗੁਰੂ ਸ਼ਬਦ ਹੈ। ਉਸੇ ਸ਼ਬਦ ਨੂੰ ਆਪਾਂ ਨੇ ਮਿਹਨਤ ਕਰਕੇ ਨਾਮ ਜਪਣਾ, ਸੁਣਨਾ ਹੈ। ਜੋ ਵੀ ਉਹਨਾਂ ਨੇ ਮੂਲ ਮੰਤਰ ਤੇ ਗੁਰ ਮੰਤਰ ਦਿੱਤਾ ਹੈ, ਯਾਦ ਰਹੇ। ਜੋਗੀ ਆਏ ਸਨ ਗੁਰੂ ਅੰਗਦ ਸਾਹਿਬ ਕੋਲ ਮਹਾਰਾਜ। ਗੁਰੂ ਘਰ ਵਿੱਚ ਗੁਰ ਮੰਤਰ ਕਿਹੜਾ ਹੈ, ਮਾਲਾ ਮੰਤਰ ਕਿਹੜਾ ਹੈ, ਤੇ ਇਹ ਜਿਹੜਾ ਹੈ ਮੂਲ ਮੰਤਰ ਤੇ ਗੁਰ ਮੰਤਰ, ਮਾਲਾ ਮੰਤਰ ਸਾਡੇ ਜੋਗੀਆਂ ਵਿੱਚ ਤੇ ਇਸ ਤਰ੍ਹਾਂ ਹੈ। ਉਹਨਾਂ ਆਪਣੇ ਦੱਸੇ। ਸਾਹਿਬ ਆਖਣ ਲੱਗੇ, ਜੋਗੀ ਰਾਜ, ਸਾਡੇ ਗੁਰੂ ਨਾਨਕ ਦੇ ਮੱਤ ਵਿੱਚ ਗੁਰ ਮੰਤਰ ਵਾਹਿਗੁਰੂ ਹੈ ਤੇ ਮਹਾਰਾਜ ਮੂਲ ਮੰਤਰ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਪੀ ਸੱਚ। ਫਿਰ ਬੇਨਤੀ ਕੀਤੀ ਗਰੀਬ ਨਵਾਜ, ਗੁਰੂ ਘਰ ਵਿੱਚ ਮਾਲਾ ਮੰਤਰ ਕਿਹੜਾ ਹੈ? ਤਾਂ ਗੁਰੂ ਜੀਆਂ ਨੇ ਆਖਿਆ, ਜੋਗੀ ਰਾਜ, ਇਹ ਜਪਜੀ ਸਾਹਿਬ ਦਾ ਪਾਠ ਜੋ ਕਿ 32 ਅੱਖਰਾਂ ਵਿੱਚ ਹੈ। ਯਾਦ ਰਹੇ, ਗਾਇਤਰੀ ਵੀ 32 ਅੱਖਰਾਂ ਵਿੱਚ ਹੈ। ਗੰਗਾ ਜੀ 3 ਅੱਖਰ ਦੇ ਵਿੱਚ ਨਹੀਂ। ਧਿਆਨ ਨਾਲ ਪੜ੍ਹ ਕੇ ਦੇਖ ਲੈਣਾ। ਜਪਜੀ ਸਾਹਿਬ ਦਾ ਪਾਠ ਗੁਰੂ ਨਾਨਕ ਜੀ ਨੇ 32 ਅੱਖਰਾਂ ਦੇ ਵਿੱਚ ਉਚਾਰਨ ਕੀਤਾ। 38 ਪੌੜੀਆਂ। ਇਹ ਕਲਯੁਗ ਵਿੱਚ ਗਾਇਤਰੀ ਹੈ ਗੁਰੂ ਘਰ ਦੀ। ਗੁਰੂ ਜੀ ਕਹਿਣ ਲੱਗੇ, ਜੋਗੀ ਰਾਜ, ਇਹ ਮਾਲਾ ਮੰਤਰ ਹੈ। ਜੋ ਇਹ ਪਾਠ ਕਰੇਗਾ, ਇਹ ਮੂਲ ਮੰਤਰ ਕਰੇਗਾ, ਵਾਹਿਗੁਰੂ ਦਾ ਸਿਮਰਨ ਕਰੇਗਾ, ਉਸ ਨੂੰ ਗੁਰੂ ਨਾਨਕ ਜੀ ਦਾ ਪਿਆਰਾ ਗੁਰਸਿੱਖ ਭਗਤ ਗੁਰਮੁਖ ਕਿਹਾ ਜਾਏਗਾ। ਉਹ ਮਾਇਆ ਵਿੱਚ ਉਦਾਸੀ, ਜਨਮ ਮਰਨ ਤੋਂ ਗੁਰਮੁਖ ਰਹਿਤ, ਸੋ ਉਹ ਵੱਡੇ ਵੱਡੀਆਂ ਬਖਸ਼ਾਂ ਦੇ ਲਾਇਕ ਗੁਰਮੁਖ ਲੋਕ ਹੋਏ। ਸੋ ਜਿਹੜਾ ਪੰਜਾਂ ਪਿਆਰਿਆਂ ਨੇ ਉਹ ਦੇ ਦਿੱਤਾ, ਉਸੇ ਦਾ ਜਾਪ ਕਰਨਾ ਹੈ। ਕਿਤੇ ਹੋਰ ਇੱਧਰ ਉੱਧਰ ਆਪਾਂ ਨਾਮ ਲੱਭਦੇ ਨਹੀਂ ਫਿਰਨਾ। ਸੋ ਇਹ ਸੰਸਕਾਰ ਅੰਮ੍ਰਿਤ, ਉਹ ਜਿਹੜਾ ਨਾਮ ਮਿਲ ਗਿਆ ਹੈ, ਨਾਮ ਅੰਮ੍ਰਿਤ। ਇੱਥੇ ਇੱਕ ਸਵਾਲ ਹੋ ਸਕਦਾ ਹੈ ਕਿ ਨਾਮ ਤੇ ਨौ निध ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਬਸਰਾਮ ਸੁਨ ਸਮਾਦ ਅਨਹਦ ਤੈਨਾਦ ਕਹਿਣ ਨਾ ਜਾਈ ਅਚਰਜ ਵਿਸਮਾਦ। ਕਿ ਨਾਮ ਤੇ ਅੰਦਰ ਹੈ, ਨਾਮ ਰੂਪੀ ਅੰਮ੍ਰਿਤ ਅੰਦਰ ਹੈ, ਫਿਰ ਸਾਨੂੰ ਬਾਹਰੋਂ ਲੋੜ ਕਿਉਂ ਪਈ? ਜੇ ਕਿਸੇ ਨੂੰ ਕਹੋ ਅੰਮ੍ਰਿਤ ਛਕ ਲੈ, ਕਹਿੰਦੇ ਨਾਮ ਅੰਦਰ ਹੀ ਹੈ, ਅੰਮ੍ਰਿਤ ਅੰਦਰ ਹੀ ਹੈ। ਇਹਦੇ ਅਸੀਂ ਇੱਕ ਦੋ ਬਚਨ ਪੜ੍ਹ ਲਏ ਗੁਰੂ ਗ੍ਰੰਥ ਸਾਹਿਬ ਜੀ ਦੇ, ਯਾਦ ਕਰ ਲਏ, ਅਸੀਂ ਕਿਸੇ ਨਾਲ ਬਹਿਸ ਕਰਨ ਲੱਗ ਗਏ, ਇਹੋ ਜਿਹੀਆਂ ਗੱਲਾਂ ਵਿੱਚ ਪੈ ਗਏ। ਅਤੇ ਜਦੋਂ ਬਾਬਾ ਧੀਰਮਲ ਜੀ ਨੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਨਹੀਂ ਸੀ ਦਿੱਤਾ, ਗੁਰੂ ਕੀ ਕਾਸ਼ੀ ਦਮਦਮਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ
1430 ਅੰਗ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਜ਼ਬਾਨੀ ਲਿਖਾ ਦਿੱਤਾ। ਤੇ ਜਿਨ੍ਹਾਂ ਨੇ ਪੰਜਾਂ ਪਿਆਰਿਆਂ ਤੋਂ ਆਪ ਅੰਮ੍ਰਿਤ ਛਕਿਆ, ਉਹਨਾਂ ਨੇ ਇਹ ਬਚਨ ਕਰਕੇ ਤੇ ਨਹੀਂ ਕਿਹਾ ਕਿ ਮੈਨੂੰ ਲੋੜ ਹੀ ਨਹੀਂ, ਅੰਮ੍ਰਿਤ ਅੰਦਰ ਹੀ ਹੈ। ਮਰਿਆਦਾ ਕਿਸੇ ਦਾ ਲਿਹਾਜ਼ ਨਹੀਂ ਕਰਦੀ, ਭਾਵੇਂ ਕੋਈ ਹੋਵੇ। ਸੋ ਗੁਰੂ ਜੀ ਨੇ ਉਸ ਮਰਿਆਦਾ ਨੂੰ ਪਰਪੱਕ ਕਰਨ ਵਾਸਤੇ ਇੱਕ ਬਚਨ ਤੁਸੀਂ ਹੋਰ ਸੁਣਿਆ ਹੋਣਾ ਹੈ ਕਈ ਥਾਵਾਂ ਤੋਂ, ਕਿ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜੋ ਬਚਨ ਆਉਂਦਾ ਹੈ, ਕਹੋ ਕਬੀਰ ਹਮ ਭਏ ਖਾਲਸੇ, ਪੁਰਾਤਨ ਸਰੂਪ ਵਿੱਚ ਖਲਾਸੇ। ਨਹੀਂ, ਅੱਜ ਵੀ ਕਰਤਾਰਪੁਰ ਸਾਹਿਬ ਉਹ ਸਰੂਪ ਪੁਰਾਣਾ, ਉਸ ਦੇ ਦਰਸ਼ਨ ਜਾ ਕੇ ਕਰੋ। ਉਹਦੇ ਵਿੱਚ ਲਿਖਿਆ ਹੋਇਆ ਹੈ ਕਹੋ ਕਬੀਰ ਹਮ ਭਏ ਖਾਲਸੇ, ਖਲਾਸੇ ਨਹੀਂ ਲਿਖਿਆ। ਕਿਸੇ ਨੇ ਕੋਈ ਗੱਲ ਸਟੇਜ 'ਤੇ ਕਹਿਤੀ, ਗਾਂ ਤੇ ਗਾਂ, ਮੱਖੀ ਤੇ ਮੱਖੀ ਮਾਰੀ ਗਏ। ਸੋ ਇਸ ਕਰਕੇ ਗੁਰੂ ਮਹਾਰਾਜ ਜੀ ਨੇ ਗੁਰੂ ਗ੍ਰੰਥ ਸਾਹਿਬ 1430 ਅੰਗ ਕੋਈ ਅੱਖਰ ਅਦਲਾ ਬਦਲੀ ਨਹੀਂ ਕੀਤੇ। ਉਸੇ ਤਰ੍ਹਾਂ ਜਿਨ੍ਹਾਂ ਨੇ ਸਾਰਾ ਹੀ ਸਰੂਪ ਜ਼ਬਾਨੀ ਲਿਖਾ ਦਿੱਤਾ। ਜਿਹੜਾ ਬਚਨ ਅਸੀਂ ਪੰਕਤੀ ਪੜ੍ਹ ਕੇ ਤੇ ਅੰਮ੍ਰਿਤ ਛਕਣ ਤੋਂ ਪਰਾਂ ਚਲੇ ਜਾਂਦੇ ਹਾਂ, ਕਿ ਇਹ ਬਾਣੀ ਉਹਨਾਂ ਨੂੰ ਨਹੀਂ ਸੀ ਆਉਂਦੀ। ਇਸ ਤੋਂ ਸਿੱਧ ਹੋਇਆ ਇਹ ਸਾਡੀਆਂ ਆਪਣੀਆਂ ਮਨ ਦੀਆਂ ਕਮਜ਼ੋਰੀਆਂ ਨੇ। ਆਹੋ ਜੀ, ਮਨ ਸਾਫ਼ ਹੋਣਾ ਚਾਹੀਦਾ ਹੈ, ਅੰਮ੍ਰਿਤ ਹੀ ਅੰਮ੍ਰਿਤ ਹੈ। ਗੁਰੂ ਨਾਨਕ ਹੁੰਦੇ ਹੋਏ ਜਦੋਂ ਆਪ ਜੀ ਨੇ ਅੰਮ੍ਰਿਤ ਛਕਿਆ, ਜੋਤੀ ਸਰੂਪ ਹਨ ਵਾਹਿਗੁਰੂ ਗੁਰੂ ਨਾਨਕ ਸਾਹਿਬ। ਇਹ ਸਾਡੀ ਕਿੰਨੀ ਕਮਜ਼ੋਰੀ ਹੈ। ਆਹੋ ਜੀ, ਮਨ ਸਾਫ਼ ਹੋਣਾ ਚਾਹੀਦਾ, ਸਾਨੂੰ ਤੇ ਲੋੜ ਹੀ ਨਹੀਂ ਹੈ। ਸੋ ਸਾਹਿਬ ਜੀ ਨੇ ਪੰਜਾਂ ਪਿਆਰਿਆਂ ਨੂੰ 5-5 ਚੂਲੇ ਛਕਾਏ, 5-5 ਨੇਤਰਾਂ ਵਿੱਚ ਇਹ ਜਣਾ ਦਿੱਤਾ, ਐ ਨੇਤਰੋ ਮੇਰਿਓ ਹਰ ਤੁਮੇ ਜੋਤ ਤਰੀ, ਹਰ ਬਿਨ ਅਵਰ ਨਾ ਦੇਖੋ ਕੋਈ। ਸੀਸ ਉੱਪਰ ਵੀ ਪਾਏ। ਜਦੋਂ ਬੱਚੇ ਦਾ ਜਨਮ ਨਹੀਂ ਹੋਇਆ ਹੁੰਦਾ, ਯਾਦ ਰਹੇ ਮੁੱਖ ਤਲੇ ਪੈਰ ਉੱਪਰ ਸਰੀਰ ਪੁੱਠਾ ਹੁੰਦਾ ਹੈ, ਉਦੋਂ 9 ਦਰਵਾਜ਼ੇ ਇਹਦੇ ਬੰਦ ਹੁੰਦੇ ਨੇ, 10ਵਾਂ ਖੁੱਲ੍ਹਿਆ ਹੁੰਦਾ ਹੈ। ਤੇ 100 ਜਨਮ ਦੀ ਇਸ ਨੂੰ ਸੋਝੀ ਹੁੰਦੀ ਹੈ। ਹੋਰ ਵੀ ਬੜੀ ਸੋਝੀ ਹੁੰਦੀ ਹੈ। ਜਦੋਂ ਜਨਮ ਹੁੰਦਾ 9 ਖੁੱਲ੍ਹ ਜਾਂਦੇ ਨੇ ਤੇ 10ਵਾਂ ਬੰਦ ਹੋ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਸਾਹਿਬ ਬਾਰ-ਬਾਰ ਇਸ ਨੂੰ ਆਖਦੇ ਨੇ, ਉਹ ਜਿਹੜਾ ਤੇਰਾ ਬੰਦ ਹੋ ਗਿਆ ਨਾ, ਉੱਧਰ ਚੱਲ, ਮਿਹਨਤ ਕਰ, ਨਾਮ ਜਪ, ਵਾਸ਼ਨਾਵਾਂ ਵਧਾ ਵਧਾ ਕੇ, ਇੱਛਾ ਵਧਾ ਵਧਾ ਕੇ ਹੁਣ ਤੈਨੂੰ ਇੰਨੀ ਸੋਝੀ ਵੀ ਨਹੀਂ ਕਿ ਤੈਨੂੰ ਐਸ ਜਨਮ ਦਾ ਹੀ ਕੁਛ ਯਾਦ ਰਹਿ ਜਾਏ। ਇੰਨਾ ਦੂਰ ਚਲਾ ਗਿਆ ਹੈ। ਮੂੰਦ ਲਈਏ ਦਰਵਾਜ਼ੇ ਤਾਂ ਬਾਜੇ ਅਨਹਦ ਬਾਜੇ। ਇਸ ਕਰਕੇ ਕੇਸਾਂ ਵਿੱਚ ਅੰਮ੍ਰਿਤ ਇਹ ਗੁਰੂ ਜੀਆਂ ਨੇ 5 ਚੂਲੇ, ਤਾਂ ਕਿ ਉੱਧਰ ਨੂੰ ਚੱਲ, ਸਿਮਰਨ ਕਰ। ਉਹ ਸਮਾਂ ਆ ਜਾਏ ਜਦੋਂ ਤੂੰ ਵਾਹਿਗੁਰੂ ਜੀ ਨਾਲ ਇੱਕ ਪਲ ਵੀ ਨਹੀਂ ਸੀ ਵਿਛੜਦਾ। ਗੁਰੂ ਅਮਰਦਾਸ ਮਹਾਰਾਜ ਜੀ ਆਖਦੇ ਨੇ, ਹਰ ਸਾਚੀ ਲਿਵੈ ਬਿਨ ਦੇ ਨਮਾਣੀ। ਨਮਾਣੀ ਦਾ ਅਰਥ ਹੈ ਕੋੜ ਹੋਇਆ ਹੋਇਆ। ਇੱਥੇ ਇੱਕ ਸਵਾਲ ਹੋ ਸਕਦਾ ਹੈ, ਅਸੀਂ ਕਿੱਡੇ ਸੋਹਣੇ ਕੱਪੜੇ ਪਾਏ ਨੇ, ਅਸੀਂ ਕਿੱਡੇ ਨਹਾ ਧੋ ਕੇ ਆਏ। ਕਈਆਂ ਨੇ ਤਾਂ ਸਾਥ ਸਾਬਣ ਵੀ ਲਾਇਆ ਹੋਣਾ, ਪਰ ਮੈਂ ਆਪਣੀ ਗੱਲ ਕਰਦਾ, ਜੋ ਹੋਸ਼ ਸੰਭਾਲੀ ਹੈ, ਨਾ ਸਰੀਰ ਨੂੰ ਸਾਬਣ ਲਾਇਆ ਤੇ ਨਾ ਕਦੇ ਤੇਲ ਦੀ ਮਾਲਿਸ਼ ਕੀਤੀ ਤੇ ਨਾ ਲਾਇਆ ਤੇਲ। ਸਾਬਣ ਮੈਂ ਹੱਥਾਂ ਨੂੰ ਲਾਉਣਾ। ਇਹ ਜਿਹੜੀਆਂ ਉਤਲੀਆਂ ਗੱਲਾਂ ਨੇ, ਇਹਨਾਂ ਨਾਲ ਕੋਈ ਸਰੀਰਾਂ ਵਿੱਚੋਂ ਸੁਗੰਧੀ ਨਹੀਂ ਆਏਗੀ। ਸੁਗੰਧੀ ਆਏਗੀ ਜਦੋਂ ਤੁਸੀਂ ਨਾਮ ਜਪੋਗੇ, ਉਦੋਂ ਆਏਗੀ। ਉਦੋਂ ਤੁਹਾਡੇ ਅੰਦਰ ਬਾਹਰ ਐਸੀ ਸੁਗੰਧੀ ਆਏਗੀ, ਤੁਹਾਨੂੰ ਪਤਾ ਲੱਗੇਗਾ ਕਿ ਦੁਨੀਆ ਤੇ ਹੋਰ ਦੀ ਹੋਰ ਹੀ ਹੋ ਗਈ ਹੈ। ਸੋ ਇਸ ਕਰਕੇ ਜੇ ਅਸੀਂ ਇਹ ਬਸਤਰ ਇਸ ਤਰ੍ਹਾਂ ਦੇ ਬਦਲ ਲਏ, ਇਸ ਤਰ੍ਹਾਂ ਦੇ ਹੋ ਗਏ, ਤੇ ਕੀ ਸਾਡੇ ਕੋਲੋਂ ਤੇ ਜੀ ਮੁਸ਼ਕ ਨਹੀਂ ਆਉਂਦੀ? ਗੁਰਬਾਣੀ ਵਿੱਚ ਦੱਸਿਆ ਕੋੜ ਹੋ ਗਿਆ, ਮੁਸ਼ਕ ਆ ਰਹੀ ਹੈ। ਰਤਨ ਹਾਜੀ ਸੂਫੀ ਫਕੀਰ ਸੀ, ਦਾਰਾ ਸ਼ਕੋ ਦਾ ਮੁਰਸ਼ਦ। ਦਾਰਾ ਸ਼ਕੋ ਨੇ ਇੱਕ ਮੋਤੀਆਂ ਦਾ ਥਾਲ ਭੇਟਾ ਕੀਤਾ। ਮਰੀਦ ਨੇ ਪੀਰ ਜੀ ਨੂੰ ਕਹਿਣ ਲੱਗੇ, ਇਹਨਾਂ ਤੇਰੇ ਹੀਰਿਆਂ 'ਚੋਂ, ਇਹਨਾਂ ਮੋਤੀਆਂ 'ਚੋਂ ਬੇਟਾ ਮੁਸ਼ਕ ਆ ਰਹੀ ਹੈ, ਲੈ ਜਾ। ਹੈਰਾਨ ਹੋ ਗਿਆ, ਕਿੰਨੇ ਸੋਹਣੇ ਨੇ, ਸੋਨਾ ਵੀ ਹੈ, ਚਾਂਦੀ ਦੀਆਂ ਲੜੀਆਂ ਵੀ ਹਨ, ਹੀਰੇ ਵੀ ਹਨ, ਤੇ ਮੇਰੇ ਪੀਰ ਜੀ ਨੂੰ ਮੁਸ਼ਕ ਆ ਰਹੀ, ਮੈਨੂੰ ਤਾਂ ਨਹੀਂ ਆਉਂਦੀ। ਕਹਿੰਦੇ ਤੇਰੇ ਸਵਾਲ ਦਾ ਜਵਾਬ ਛੇਤੀ ਦੇ ਦਿਆਂਗੇ। ਅੱਜ ਰਤਨ ਹਾਜੀ ਜੀ ਹਾਥੀ ਤੇ ਚੜੇ ਜਾ ਰਹੇ ਨੇ। ਦਾਰਾ ਸ਼ਕੋ ਨੂੰ ਨਾਲ ਬਿਠਾ ਲਿਆ। ਜਿੱਥੇ ਲੋਕ ਚਮੜੇ ਦਾ ਕੰਮ ਕਰਦੇ ਸਨ,
ਉੱਥੇ ਹਾਥੀ ਖੜਾ ਕਰ ਦਿੱਤਾ। ਤਾਰਾ ਸਿਕੋ ਕਹਿ ਰਿਹਾ, ਪੀਰ ਜੀ ਨੱਕ ਬੰਦ ਕਰ ਲਓ, ਬੜੀ ਮੁਸ਼ਕ ਆ ਰਹੀ। ਇਸ਼ਾਰਾ ਕੀਤਾ, ਉਹ ਬੁੱਚੜਖਾਨੇ ਵਾਲੇ ਸਾਰੇ ਆ ਗਏ। ਨਮਸਕਾਰ ਕੀਤੀ ਪੀਰ ਜਾਣ ਕੇ, ਕਹਿੰਦੇ ਤੁਹਾਨੂੰ ਮੁਸ਼ਕ ਨਹੀਂ ਬੇਟਾ ਆਉਂਦੀ? ਕਹਿੰਦੇ ਨਹੀਂ ਜੀ ਪੀਰ ਜੀ, ਸਾਨੂੰ ਤਾਂ ਕੋਈ ਮੁਸ਼ਕ ਨਹੀਂ, ਅਸੀਂ ਤਾਂ ਰੋਜ਼ ਇਹੀ ਕੰਮ ਕਰਦੇ ਹਾਂ। ਵੀ ਦਾਰਾ ਸਿਕੋ ਤੈਨੂੰ ਕਿਉਂ ਆਉਂਦੀ ਹੈ ਜੀ? ਇਹ ਵਿੱਚ ਰਹਿਣ ਗਿੱਝ ਗਏ ਨੇ ਤਾਂ ਨਹੀਂ ਇਹਨਾਂ ਨੂੰ ਆਉਂਦੀ। ਕਹਿੰਦੇ ਇਸੇ ਤਰ੍ਹਾਂ ਤੂੰ ਸੋਨੇ ਚਾਂਦੀ ਹੀਰੇ ਵਿੱਚ ਰਹਿਣ ਗਿੱਝ ਗਿਆ, ਤੈਨੂੰ ਮੁਸ਼ਕ ਨਹੀਂ ਆਉਂਦੀ, ਸਾਨੂੰ ਆਉਂਦੀ ਹੈ। ਇसी ਤਰ੍ਹਾਂ ਨਾਮ ਸਿਮਰਨ ਤੋਂ ਇਹ ਖਾਲੀ ਦੇ ਬੜੀਆਂ ਸਜਾਵਟਾਂ ਲਾਈਆਂ ਹੋਈਆਂ, ਬੜੇ ਬੜੇ ਕੀਮਤੀ ਬਸਤਰ ਕੱਪੜੇ ਪਾਏ ਹੋਏ, ਬੜੇ ਬੜੇ ਸੁੰਦਰ ਬਣੇ ਹੋਏ, ਪਰ ਸਾਡੇ ਗੁਰੂ ਸਾਹਿਬ ਕਹਿੰਦੇ ਤੈਨੂੰ ਕੋੜ ਹੋਇਆ ਸਿੱਖਾ, ਮੈਨੂੰ ਮੁਸ਼ਕ ਆ ਰਹੀ ਹੈ, ਤੂੰ ਨਾਮ ਨਹੀਂ ਜਪਦਾ। ਪਰ ਸਾਨੂੰ ਕਿਉਂ ਨਹੀਂ ਆਉਂਦੀ? ਅਸੀਂ ਇਹਦੇ ਵਿੱਚ ਰਹਿਣ ਗਿੱਝ ਗਏ ਹਾਂ, ਸਾਡਾ ਸੁਭਾਅ ਬਣ ਚੁੱਕਾ ਹੈ। ਇਸ ਕਰਕੇ ਗੁਰੂ ਸਾਹਿਬ ਜੀ ਆਖਦੇ ਹਨ, ਸਾਚੀ ਲਿਵੈ ਬਿਨ ਦੇਹ ਨਿਮਾਣੀ। ਉਹ ਸਾਨੂੰ ਤਾਂ ਮੁਸ਼ਕ ਨਹੀਂ ਆ ਰਹੀ, ਗੁਰੂ ਜੀ ਨੂੰ ਨਜ਼ਰ ਆਉਂਦਾ। ਜਿਵੇਂ ਜਿਹੜਾ ਕਮਲਾ ਹੋਵੇ ਉਹਨੂੰ ਪੁੱਛੋ ਤੂੰ ਸ਼ਦਾਈ ਹੈ, ਉਹ ਗੱਲਾਂ ਹੀ ਹੋਰ ਕਰੇਗਾ। ਜੇ ਉਹਨੂੰ ਪਤਾ ਹੋਵੇ ਮੈਂ ਕਮਲਾ, ਇਹਦਾ ਮਤਲਬ ਉਹਦਾ ਦਿਮਾਗ ਕੰਮ ਕਰਦਾ ਹੈ। ਕਮਲੇ ਨੂੰ ਪਤਾ ਹੀ ਨਹੀਂ ਮੈਂ ਕਮਲਾ, ਬਿਨ ਨਾਮੇ ਜਗ ਕਮਲਾ ਫਿਰੇ। ਗੁਰੂ ਨਾਨਕ ਆਖਦੇ ਹਨ ਲੋਕੀ ਸ਼ਦਾਈ ਹੋ ਗਏ ਨੇ, ਨਾਮ ਨਹੀਂ ਜਪਦੇ, ਕਮਲੇ ਹੋ ਗਏ ਨੇ। ਗੁਰਮੁਖ ਨਜ਼ਰੀ ਆਇਆ, ਗੁਰਮੁਖਾਂ ਨੂੰ ਦਿਸਦੇ ਨੇ ਕਿ ਲੋਕ ਨਾਮ ਨੂੰ ਛੱਡ ਕੇ, ਵਾਹਿਗੁਰੂ ਦਾ ਸਿਮਰਨ ਛੱਡ ਕੇ ਕਮਲੇ ਹੋ ਗਏ ਨੇ। ਪਰ ਜਿਹੜੇ ਕਮਲੇ ਹੋ ਗਏ ਨੇ ਉਹਨਾਂ ਨੂੰ ਆਪਣੇ ਆਪ ਸੋਝੀ ਨਹੀਂ ਕਿ ਅਸੀਂ ਸ਼ਦਾਈ ਹੋ ਗਏ। ਜੇ ਪਤਾ ਹੋਵੇ ਤਾਂ ਫਿਰ ਸ਼ਦਾਈ ਕਾਹਦੇ ਹੋਏ? ਬਿਨ ਨਾਮੇ ਜਗ ਕਮਲਾ ਫਿਰੇ, ਗੁਰਮੁਖ ਨਦਰੀ ਆਇਆ। ਸੋ ਇਸ ਕਰਕੇ ਉਹ ਲਿਵ ਜਿਹੜੀ ਲੱਗੀ ਹੋਈ ਸੀ ਉਹ ਟੁੱਟ ਗਈ। ਉਸ ਨੂੰ ਲਾਉਣ ਵਾਸਤੇ, ਨਾਮ ਨਾਲ ਜੋੜਨ ਵਾਸਤੇ, ਇਸ ਨੂੰ ਅਮਰ ਕਰਨ ਵਾਸਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ 5 ਜਿਹੜੇ ਹਨ ਚੁੱਲ੍ਹੇ ਕੇਸਾਂ ਵਿੱਚ ਪਾਏ ਨੇ। ਯਾਦ ਰਹੇ, ਕੇਸ ਗੁਰੂ ਕਿਆਂ ਦੀ ਮੋਹਰ ਹੈ। ਸਿੱਖ ਦਾ ਬੱਚਾ ਹੋ ਕੇ ਕੇਸ ਕਟਾਉਣੇ ਗੁਰਦੁਆਰਾ ਢਾਉਣ ਜਿੰਨਾ ਪਾਪ ਹੈ। ਜੇ ਕਿਸੇ ਨੇ ਇਸ ਵਿਸ਼ੇ 'ਤੇ ਵਿਚਾਰ ਕਰਨੀ ਹੋਵੇ ਤਾਂ ਵਿਹਲੇ ਸਮੇਂ ਕਰ ਲਵੇ ਵੀ ਹੈ ਕਿ ਨਹੀਂ ਹੈ, ਉਹ ਮੰਨੇਗਾ ਕਿ ਹੈ। ਵੇਦ ਪੜ੍ਹ ਕੇ ਦੇਖੀਏ ਕੇਸਾਂ ਦੀ ਮਹਾਨਤਾ, ਪੁਰਾਣ ਪੜ੍ਹ ਕੇ ਦੇਖੀਏ, ਸ਼ਾਸਤਰ ਪੜ੍ਹ ਕੇ ਦੇਖੀਏ, ਪੁਰਾਤਨ ਗ੍ਰੰਥ ਪੜ੍ਹ ਕੇ ਦੇਖੀਏ। ਸੋ ਇੱਧਰ ਗੁਰੂ ਮਹਾਰਾਜ ਜੀ ਦੀ ਬਖਸ਼ਿਸ਼, ਇਹ ਕੇਸ ਗੁਰੂ ਕਿਆਂ ਦੀ ਮੋਹਰ ਹੈ। ਅਤੇ ਇਹ ਜਿਹੜਾ ਪੈਸਾ ਟੱਕਾ ਰਾਜ ਭਾਗ ਦਾ ਸਿੱਕਾ ਚੱਲਦਾ, ਮੋਹਰ ਸਿਰ 'ਤੇ ਚੱਲਦਾ ਨੇ, ਕਾਗਜ਼ ਤੇ ਹੋਰ ਵੀ ਬੜੇ ਨੇ। ਗੁਰੂ ਨਾਨਕ ਦੇ ਘਰ ਦੀ ਸਿੱਖੀ ਜਿਹੜੀ ਹੈ ਇਹ 5-7 ਗੱਲਾਂ ਕਰਕੇ, ਮੋਹਰ, ਕੇਸ ਅਤੇ ਸਤਸੰਗਤ ਹੁੰਦੀ ਰਹੇ। ਗੁਰੂ ਗ੍ਰੰਥ ਸਾਹਿਬ ਜੀ ਦਾ ਭਜਨ ਪਾਠ, ਗੁਰਬਾਣੀ, ਗੁਰੂ ਇਤਿਹਾਸ ਅਸੀਂ ਸੁਣਦੇ ਰਹੀਏ, ਸੰਗਤ ਵਿੱਚ ਜੁੜਦੇ ਰਹੀਏ, ਰਹਿਤ ਰੱਖਦੇ ਰਹੀਏ, ਅਤੇ ਗੁਰੂ ਨਾਨਕ ਜੀ ਦਾ ਸਿੱਕਾ ਚੱਲਦਾ ਰਹੇਗਾ। ਪੁਰਾਤਨ ਗੁਰਸਿੱਖਾਂ ਨੇ ਬੜੇ ਬੜੇ ਸੀਸ ਦਿੱਤੇ, ਸ਼ਹੀਦੀਆਂ ਦਿੱਤੀਆਂ, ਉਹਨਾਂ ਨੂੰ ਬੜੀਆਂ ਬੇਗਮਾਂ ਮਿਲਦੀਆਂ ਸੀ, ਬੜੇ ਲਾਲਚ ਦਿੱਤੇ ਜਾਂਦੇ ਸੀ, ਪਰ ਉਹਨਾਂ ਨੇ ਰਹਿਤ ਮਰਿਆਦਾ ਵਿੱਚ ਪਰਪੱਕ ਰਹੇ। ਸੀਸ ਦੇ ਕੇ ਸਾਡੇ ਤੱਕ ਉਹਨਾਂ ਨੇ ਕੀ ਪਹੁੰਚਾਇਆ? ਪੂਰੀ ਰਹਿਤ ਮਰਿਆਦਾ। ਕਿ ਸਾਡਾ ਕੋਈ ਫਰਜ਼ ਨਹੀਂ ਬਣਦਾ। ਇਸ ਕਰਕੇ ਹਰ ਇੱਕ ਗੁਰੂ ਨਾਨਕ ਨਾਮ ਲੇਵਾ ਸਿੱਖ ਦੇ ਬੱਚੇ ਬੱਚੇ ਨੂੰ ਚਾਹੀਦਾ ਉਸ ਰਹਿਤ ਮਰਿਆਦਾ ਵਿੱਚ ਪਰਪੱਕ ਹੋ ਕੇ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਤੇ ਇਸ ਗੱਲ ਨੂੰ ਅੱਗੇ ਤੋਰੇ, ਤਾਂ ਕਿ ਆਉਣ ਵਾਲੀਆਂ ਰੂਹਾਂ ਦਾ ਜੁਗਾਂ ਜੁਗੰਤਰਾਂ ਤੱਕ ਭਲਾ ਹੁੰਦਾ ਰਹੇ। ਇਸ ਵਿੱਚ ਐਸੀ ਕੋਈ ਗੱਲ ਨਾ ਕਰੇ। ਸੋ ਗੁਰੂ ਮਹਾਰਾਜ ਨੇ ਇਹਨਾਂ ਦੇ ਨਾਮ ਅੰਮ੍ਰਿਤ ਛਕਾ ਕੇ ਰਹਿਤਾਂ ਕਰੈਤਾਂ ਦੱਸਦਿਆਂ ਹੋਇਆਂ ਦਇਆ ਰਾਮ ਜੀ ਦੇ ਨਾਲ ਸਿੰਘ ਲਾਇਆ, ਸਾਰਿਆਂ ਦੇ ਨਾਲ ਸਿੰਘ ਲੱਗ ਗਿਆ। ਯਾਦ ਰਹੇ ਕੋਟੇ ਦੀਵਾਨ ਹੋ ਰਹੇ ਸੀ ਰਾਜਸਥਾਨ, 6 ਸਾਲ ਹੋ ਗਏ। ਉੱਥੋਂ ਵੀ ਪ੍ਰੇਮੀ ਆਏ ਹੋਏ ਨੇ, ਉਹਨਾਂ ਨੂੰ ਪਤਾ ਹੈ। ਉੱਥੇ ਇੱਕ ਪੜ੍ਹਿਆ ਲਿਖਿਆ, ਕਈ ਲੋਕ ਪੜ੍ਹੇ ਹੁੰਦੇ ਨੇ ਪਰ ਵਿਚਾਰ ਤੋਂ ਹੀਣੇ ਹੋਣ ਕਰਕੇ ਉਹਨਾਂ ਨੂੰ ਪਤਾ ਨਹੀਂ ਹੁੰਦਾ। ਉਸਨੇ ਇੱਕ ਗੱਲ ਕਹੀ, ਜਿਵੇਂ ਜਿਵੇਂ ਹੋਈ ਮੈਂ ਉਵੇਂ ਉਵੇਂ ਦੱਸਦਾ। ਉਹ ਬਾਅਦ ਵਿੱਚ ਮਿਲਿਆ, ਕਹਿਣ ਲੱਗਾ ਜੀ ਤੁਸੀਂ ਇੱਕ ਬਚਨ ਕਿਹਾ ਸੀ ਕਿ ਰਾਜਾ ਰਾਮ ਸਿੰਘ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸਮੇਂ ਹੋਇਆ, ਸਿੰਘ ਅੱਖਰ ਹੀ ਗੁਰੂ ਗੋਬਿੰਦ ਸਿੰਘ ਜੀ ਤੋਂ ਚੱਲਿਆ, ਸਿੰਘ ਪਹਿਲਾਂ ਹੁੰਦਾ ਹੀ ਕੋਈ ਨਹੀਂ ਸੀ। ਤਾਂ ਇਸ ਕਰਕੇ ਥੋੜ੍ਹਾ ਪਿੱਛੇ ਚੱਲੀਏ। ਗੁਰਬਾਣੀ ਦਾ ਫੈਸਲਾ
ਅੱਜ ਤੋਂ 33 ਲੱਖ ਸਾਲ ਪਹਿਲਾਂ ਸਾਡੇ ਦੇਸ਼ ਵਿੱਚ ਮਲਤਾਨ ਵਿੱਚ ਇੱਕ ਭਗਤ ਪ੍ਰਹਲਾਦ ਹੋਇਆ, ਜਿੱਥੇ ਉਸਦੇ ਪੋਤਰਾ ਰਾਜਾ ਬਲ, ਜਿਸ ਨੂੰ ਅਮਰੀਕਾ ਦਾ ਰਾਜ ਦਿੱਤਾ ਸੀ ਭਗਵਾਨ ਨੇ, ਰਾਗ ਕਾਨੜੇ ਵਿੱਚ ਹੈ, ਉੱਥੇ ਰਾਜੇ ਬਲ ਦੀ ਅੰਸਾ ਵੀ ਹੈ, ਉੱਥੇ ਧਰਤੀ ਫਟੀ ਹੋਈ ਹੈ। ਤੇ ਉਹ ਜਿਹੜਾ ਨਰਸਿੰਘ ਹੋਏ ਰੂਪ ਦੇ ਧਰਿਓ, ਬਾਣੀ ਵਿੱਚ ਹੈ ਕਿ ਨਹੀਂ ਹੈ? ਸਿੰਘ ਅੱਖਰ। ਦੁਆਪਰ ਵਿੱਚ ਰਾਜਾ ਜੈ ਸਿੰਘ ਹੋਇਆ, ਗੁਰੂ ਨਾਨਕ ਜੀ ਦੇ ਸਮੇਂ ਰਾਜਾ ਵੀਰ ਸਿੰਘ ਝਾਂਸੀ ਦੇ ਨੇੜੇ ਹੋਇਆ, ਰਾਜਾ ਵੀਰ ਸਿੰਘ ਬਘੇਲ ਬਨਾਰਸ ਵਿੱਚ, ਰਾਜਾ ਰਾਮ ਸਿੰਘ ਬਨਾਰਸ ਵਿੱਚ, ਰਾਜਾ ਰਾਮ ਸਿੰਘ ਅਸਾਮ ਵਿੱਚ। ਇਹ ਸਿੱਧ ਹੋਇਆ ਕਿ ਪਿਛਲੇ ਜਿਹੜੇ 24 ਅਵਤਾਰ ਹੋ ਚੁੱਕੇ ਹਨ, ਉਹਨਾਂ ਦੀ ਕਥਾ ਪੜ੍ਹ ਕੇ ਦੇਖੀਏ, ਰਾਜਿਆਂ ਦਾ ਇਤਿਹਾਸ ਪੜ੍ਹ ਕੇ ਦੇਖੀਏ, ਸਿੰਘ ਅੱਖਰ ਜਾਂ ਕਿਸੇ ਰਾਜੇ ਨੂੰ ਲੱਗਾ ਜਾਂ ਕਿਸੇ ਅਵਤਾਰ ਨੂੰ ਲੱਗਾ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਹਾ ਸੀ, ਮੇਰਾ ਬੱਚਾ ਬੱਚਾ ਸਿੰਘ ਅਖਵਾਏਗਾ। ਅਫਸੋਸ ਜਦੋਂ ਸਕੂਲਾਂ ਕਾਲਜਾਂ ਵਿੱਚ ਜਾਂ ਵੈਸੇ ਵੀ ਤੁਸੀਂ ਘਰਾਂ ਵਿੱਚ ਨਾਂ ਰੱਖਦੇ ਹੋ, ਟੀਟੂ ਮੀਟੂ ਗੀਟੂ ਸ਼ੀਟੂ ਗਿੱਟੀ ਛਿੱਟੀ ਮਿੱਟੀ, ਆ ਕੋਈ ਨਾਂ ਨੇ? ਇੰਨੀ ਨਫ਼ਰਤ ਉਸ ਸਿੰਘ ਅੱਖਰ ਤੋਂ ਹੋ ਗਈ ਹੈ, ਜੋ ਗੁਰੂ ਜੀ ਕਹਿੰਦੇ ਸਨ ਉਹਨਾਂ ਤੋਂ ਉਲਟ ਚੱਲਿਆ ਜਾ ਰਿਹਾ ਹੈ। ਗੁਰੂ ਮਹਾਰਾਜ ਜੀ ਨੇ ਕਿਹਾ ਸੀ, ਸਿੱਖਾਂ ਸ਼ਰਾਬ ਨਹੀਂ ਪੀਣੀ, ਸ਼ਰੇਆਬ ਸ਼ਰਾਰਤ ਦਾ ਪਾਣੀ। ਫਾਰਸੀ ਪੜ੍ਹ ਕੇ ਦੇਖੀਏ, ਉਸ ਵਿੱਚ ਆਉਂਦਾ ਸ਼ਰੇਆਬ ਸ਼ਰਾਰਤ ਦਾ ਪਾਣੀ, ਇਸ ਦਾ ਨਾਂ ਹੈ ਸ਼ਰਾਰਤ ਦਾ ਪਾਣੀ। ਮਹਾਰਾਜ ਨੇ ਰੋਕਿਆ। ਸਾਧ ਸੰਗਤ ਗੁਰੂ ਮਹਾਰਾਜ ਕਿਤੇ ਨਹੀਂ ਗਏ ਹੋਏ, ਸਦਾ ਖਾਲਸੇ ਦੇ ਅੰਗ ਸੰਗ ਹਨ। ਵਿਚਾਰ ਕਰਕੇ ਦੇਖੀਏ, ਗੁਰੂ ਗ੍ਰੰਥ ਸਾਹਿਬ ਗੁਰੂ ਮਹਾਰਾਜ ਹਨ, ਗੁਰੂ ਗੋਬਿੰਦ ਸਿੰਘ ਜੀ ਕਦੇ ਇਹ ਸੋਚਦੇ ਹੋਣਗੇ ਕਿ ਜਿਨ੍ਹਾਂ ਗੱਲਾਂ ਤੋਂ ਮੈਂ ਬੜਾ ਜ਼ੋਰ ਲਾ ਕੇ ਇਹਨਾਂ ਸਿੱਖਾਂ ਨੂੰ ਰੋਕਿਆ ਸੀ, ਇਹ ਕੰਮ ਨਹੀਂ ਕਰਨੇ, ਤੇ ਇਹ ਮਰ ਚਲੇ ਨੇ ਸ਼ਰਾਬਾਂ ਪੀ ਪੀ ਕੇ, ਤਮਾਕੂ ਤੱਕ ਕਈ ਚਲੇ ਗਏ। ਆਹ ਹਾਲ ਹੋ ਗਿਆ। ਜਿਨ੍ਹਾਂ ਬਾਰੇ ਸਾਹਿਬਜ਼ਾਦੇ ਨੀਹਾਂ 'ਚ ਚਣਵਾਏ, ਦਿਨ ਰਾਤ ਇੱਕ ਕੀਤਾ, ਦੁੱਖ ਮੁਸੀਬਤਾਂ ਚੱਲੀਆਂ, ਇਹਨਾਂ ਨੂੰ ਇਹ ਮਰਿਆਦਾ ਇਹਨਾਂ ਕੋਲ ਰਹੇ, ਇਹਨਾਂ ਦਾ ਬੇੜਾ ਪਾਰ ਹੁੰਦਾ ਰਹੇ। ਮੁਕਤੀ ਤੇ ਜੁਗਤੀ ਦਾ ਦਰਵਾਜ਼ਾ, ਮੁਕਤ ਜੁਗਤ ਦਰ ਖੋਲ੍ਹਾ, ਬਾਣੀ ਵਿੱਚ ਆਉਂਦਾ ਹੈ, ਖੋਲ੍ਹ ਦਿੱਤਾ, ਪਰ ਇਹਨਾਂ ਦੇ ਕਰਮ ਸਾਥ ਨਹੀਂ ਦੇ ਰਹੇ। ਗੋਦਾਵਰੀ ਦੇ ਕੰਢੇ ਗੁਰੂ ਜੀ ਬਰਾਜੇ, ਇੱਕ ਹੱਥ ਵਿੱਚ ਹੀਰਾ, ਸੁੱਟ ਲਿਆ ਤੇ ਬੁੱਝ ਲਿਆ, ਸੁੱਟ ਲਿਆ ਤੇ ਬੁੱਝ ਲਿਆ। ਮਹਾਰਾਜ ਜੀ ਨੇ ਸੁੱਟ ਦਿੱਤਾ। ਉੱਥੇ ਹੁਣ ਵੀ ਛੋਟੇ ਛੋਟੇ ਹੀਰੇ, ਸੰਗਤ ਉਹਨਾਂ ਨੂੰ ਹੀਰੇ ਕਹਿੰਦੇ ਨੇ, ਉਹ ਚੁੱਕ ਕੇ ਲਿਆਉਂਦੇ ਨੇ ਨਿੱਕੇ ਨਿੱਕੇ। ਉੱਥੇ ਹਜੂਰ ਸਾਹਿਬ ਕਹਿਣ ਲੱਗੇ, ਭਾਈ ਇਹ ਕੀ ਗੱਲ ਹੋਈ, ਹੁਣ ਦੱਸੋ। ਮਹਾਰਾਜ ਆਪ ਜੀ ਦੇ ਹੱਥਾਂ ਵਿੱਚ ਸੀ, ਹੁਣ ਨਦੀ ਵਿੱਚ ਡਿੱਗ ਗਿਆ, ਹੁਣ ਇਹਦੀ ਕੀਮਤ ਨਹੀਂ ਰਹੀ। ਫੁੱਲ ਜਿਹੜਾ ਹੈ ਟਾਹਣੀ ਨਾਲ ਜੁੜਿਆ, ਕਿੱਡੀ ਸੁਗੰਧੀ ਦਿੰਦਾ, ਤੇ ਜਦੋਂ ਟਾਹਣੀ ਨਾਲ ਟੁੱਟ ਜਾਏ, 2-4 ਘੰਟੇ ਤੇ ਖਿੜਿਆ ਰਹੇਗਾ, ਤਾਂ ਫਿਰ ਪਤਾ ਸਵਾਹ ਹੋ ਜਾਂਦਾ, ਸਵਾਹ। ਸਿੱਖ ਜਦੋਂ ਗੁਰੂ ਨਾਲੋਂ ਟੁੱਟਦਾ 2-4 ਦਿਨ ਜਾਂ ਕੁਝ ਸਮਾਂ ਤੇ ਕਹਿੰਦਾ ਮੈਨੂੰ ਕੁਛ ਨਹੀਂ ਹੋਇਆ, ਪਰ ਉਹਨਾਂ ਲੋਕਾਂ ਦਾ ਖੁਰਾ ਖੋਜ ਮਿਟ ਜਾਂਦਾ ਜਿਨ੍ਹਾਂ ਨੇ ਗੁਰੂ ਮਹਾਰਾਜ ਨੂੰ ਛੱਡ ਦਿੱਤਾ, ਗੁਰਬਾਣੀ ਛੱਡ ਦਿੱਤੀ। ਜੈ ਤਨ ਬਾਣੀ ਵਿਸਰ ਜਾਏ, ਜਿਉਂ ਪੱਕਾ ਰੋਗੀ ਬਿਲ ਲਾਏ। ਵਿਚਾਰਾਂ ਹੋਈਆਂ। ਦਇਆ ਸਿੰਘ ਜੀ ਨੂੰ ਪੁੱਛਿਆ ਗਿਆ, ਅਰਜ਼ ਕੀਤੀ ਗਰੀਬ ਨਵਾਜ਼, ਆਪ ਹੀ ਦੱਸੋ। ਮਹਾਰਾਜ ਕਹਿੰਦੇ ਅਸੀਂ ਸੁੱਟਦੇ ਸੀ, ਬੁੱਝ ਲੈਂਦੇ ਸੀ, ਹੁਣ ਨਦੀ 'ਚ ਡਿੱਗ ਗਏ। ਸਿੱਖਾ ਗੁਰੂ ਵਾਲਾ ਬਣੀ, ਹਜ਼ੂਰ ਸਾਹਿਬ ਦੇ ਬਚਨ ਗੁਰੂ ਵਾਲਾ ਬਣੀ, ਅੰਮ੍ਰਿਤ ਛਕੀ, ਜਾਣ ਬੁੱਝ ਕੇ ਗਲਤੀ ਨਾ ਕਰੀ। ਜੇ ਕੋਈ ਜਾਣ ਬੁੱਝ ਕੇ ਗਲਤੀ ਕਰੇ, ਮੈਂ ਉੱਥੇ ਵਿਆਹ 'ਚ ਗਿਆ ਸੀ, ਮੈਨੂੰ ਪੀਣੀ ਪੈ ਗਈ, ਧੱਕੇ ਨਾਲ ਐਸਾ ਹੋ ਗਿਆ, ਧੱਕੇ ਨਾਲ ਜ਼ਹਿਰ ਨਾ ਖਵਾ ਦਿੱਤਾ। ਸੋ ਇਸ ਕਰਕੇ ਸਿੱਖਾਂ ਜਾਣ ਬੁੱਝ ਕੇ ਗਲਤੀ ਨਾ ਕਰੀ। ਭੁਲੇਖੇ ਵਿੱਚ ਗਲਤੀ ਉਹ ਮਾਫ ਹੁੰਦੀ ਜੇ ਜਿਹੜੀ ਭੁਲੇਖੇ ਵਿੱਚ। ਰਾਮ ਰਾਏ ਜੀ ਨੇ ਜਾਣ ਕੇ ਇੱਕ ਬਚਨ ਗਲਤ ਪੜ੍ਹ ਦਿੱਤਾ, ਮਿੱਟੀ ਬੇਈਮਾਨ ਦੀ। ਗੁਰੂ ਨਾਨਕ ਜੋਤ 7ਵੇਂ ਮਹਾਰਾਜ ਜੀ ਨੇ ਮੱਥੇ ਨਹੀਂ ਲਾਇਆ, ਹੋਰ ਕਿਸੇ ਦਾ ਲਿਹਾਜ਼ ਕਰਨਗੇ। ਜਾਣ ਬੁੱਝ ਕੇ ਗਲਤੀ ਨਾ ਕਰੀ, ਭੁਲੇਖੇ ਵਿੱਚ ਗਲਤੀ ਹੋ ਗਈ, ਅਜੇ ਉਹ ਮੰਜ਼ਿਲ ਤੈਅ ਨਹੀਂ ਹੋਈ, ਤੇ ਮਹਾਰਾਜ ਕਹਿੰਦੇ ਅੱਗੇ ਫਿਰ ਸਿੱਖਾਂ ਦੇ ਘਰ ਜਨਮ ਦੇ ਦਾਂਗੇ। ਦਇਆ ਸਿੰਘ ਜੀ ਨੇ ਕਿਹਾ, ਮਹਾਰਾਜ ਕਿੰਨਾ ਕੁ ਦੇਰ ਦੇਈ ਜਾਓਗੇ। ਗੁਰੂ ਕਹਿਣ ਲੱਗੇ, ਸਾਹਿਬ ਆਖਣ ਲੱਗੇ, ਦਇਆ ਸਿੰਘ 100 ਜਨਮ ਸਿੱਖਾਂ ਦੇ ਘਰ ਦਿਆਂਗਾ, ਜੇ ਇਹ ਫੇਰ ਵੀ ਨਾ ਸੁਧਰਿਆ ਤੇ ਇਹਦੇ ਕਰਮ। ਇੱਕ ਵਾਰੀ ਸਾਡੇ ਹਿੰਦੁਸਤਾਨ ਵਿੱਚ ਬਹੁਤ ਵੱਡੇ ਵੱਡੇ ਗੁਰਮੁਖ ਪਿਆਰੇ ਗੁਰਸਿੱਖ ਇਕੱਠੇ ਹੋਏ ਸਨ। ਉੱਥੇ ਵਿਚਾਰਾਂ ਹੋਈਆਂ, ਸਾਡਾ ਜਿਹੜਾ
मुर्शिद है वो 2 गुना बख्शदा है, 20 गुना बख्शदा है, करते करते 72 40 बख्शदा है। सब तो बाद डॉक्टर वीर सिंह जी जिन्हों ने देहरादून समा बतीत करके जिन्होंने लैण वास्ते गुरु महाराज आए सी, उन्हें दस दिता, बड़ा प्रकाश होया सी, गए सन। ये सारिਆਂ तो बाद विच उठे, कहन लगे साध संगत जी साडे गुरु नानक दे घर विच कोई गिनती नहीं, पर गलती इस करके ना करो कि कम बख्शा लैनी है, वो नहीं बख्शा जाएगा। भुलेखे विच हो जावे, चानचक कोई यही जी गल हो जावे। एक पुरातन ग्रंथां विच साखी आउंदी है, एक सिख नूं 22 धार दे राजे फड़ के लै गए, उहदा सिर मुंन दिता, उहदे मूँह विच गाय का मांस पाया गया, उन्होंने कुटिया गया, मारिया गया, उहदे केस कट्टे गए, ਸਿੰਘਾਂ ने चढ़ाई की, उन्होंने आनंदपुर साहिब लै आंदा। वो महाराज के चरणों में डिग के बड़ा रोया, सच्चे पातशाह मेरा तो कुछ भी नहीं रहा, धक्के नाल मेरे दंद भन भन के पाया गया। महाराज जी कहन लगे सिखा एक गल दस, किसी धी भैन नाल कोई बुरा कर्म तो नहीं कीता? नहीं महाराज जी। कहते तेरे सारे गुनाह बख्शे, बाकी तो काम धक्के नाल हो गए ना तेरे नाल, वो तो नहीं सी ना होने धक्के नाल। पुरातन लिखता पुरातन बचन कि किहड़ी गलती गुरु महाराज माफ़ करता है। जिवें एक बारी पंजाब दीवाना ते वड्डियां सेजां ते गल चली जी, इत्थे अंमृत किन्नी वारी छकाया गया, किसी महापुरुष की गल सी, तो पिंड वाले कहन जी बाबे 2 वारी आए ने, 3 वारी आए ने, 4 वारी आए ने। एक कहता अमके सिंह नूं पुछ लो, जदों आउंदे ने उदों ही अंमृत छकदा जी, उन्होंने पक्का पता भी किन्नी वारी आए ने, उन्होंने पक्का पता है। ऐसा नहीं करना, गुरु जियां तो बेमुख नहीं होना। बेमुख हो गए तो किते थां नहीं, किते भी थां नहीं। मूले की साखी आप पढ़ लेने, महाराज जी ने 2 बार मरदाना जी ने भेजा, वो नहीं आया, विचार करांगे भी साढ़े वर्गा होंदा तो जरूर आ जाता। वो गुरु नानक जी के आखे नहीं गया, सुना घलिया मरदाने हाथ, वो फिर भी नहीं आया, वो तेरे एडे कर्म माड़े। गुरु नानक जोत गुरु ग्रंथ साहिब जी हज़ारां आवाज़ां मारते ने, कई सारा सारा पाठ ही कईयां दे घर हो जाता है, मार देना आवाज़ां, फिर असीं आ जाने गुरमत ते सुधर जाने, असीं तो जे मूले वर्गे भी नहीं होए। सो इस करके विचार हो रही सी, गुरु महाराज ने रहता ते कुरैता, रहत कहते ने रखण वाली, करैत कहते जिहड़े काम नहीं करने उन्हें करैत कहा जाता। वो दसियां सिंह अखर नाल ला दिता है। गुरु जी कहते मेरे प्यारे ने, गुरु के प्यारे 5, प्यारे भी 5, बाणियां भी गुरु जी ने 5 पढ़ियां, कर्म इंद्रे भी 5, ज्ञान इंद्रे भी 5, प्राण भी 5, चोर भी 5, काम क्रोध लोभ मोह हंकार ते ठग भी 5, राजमाल रूप जात जोबन 5, होर की कहना, नमाजा भी 5, वक्त भी 5, 5 की गिनती बड़ी प्रधान है। इस तरह ये जड़े सर स्पर्श रूप रस गंध विषय भी 5, विकार भी 5, ते बाणियां भी 5 पढ़नियां ने, ते साडे जिहड़े अंमृत छकाउंदे ने गुरमुख प्यारे गुरु के, वो भी 5। कल्ले नूं नहीं महाराज ने हुक्म किया कि कल्ला ही छका देवी, कल्ले नूं नहीं हुक्म किया, 5 महाराज कहते से मैं 5 विच होके विचरांगा। अज तो 10 साल पहला इसी खुबिया नंगल स्टेज ते जिहड़े बाबा दलीप सिंह जी आए से, उन्हें एक साखी सुनाई सी, जिन्होंने सुनी है आप जी नूं याद रहेगा। मैं कोशिश करांगा हूबहू 10 साल पुराने बचन तुहानूं सुना सकां। साध संगत असी थावां थावां ते दीवान लाउने हाँ, असी बड़ी दूर दीवान लाउण चले गए, राजस्थान तो अगे लंघ के समुद्रां वल, उत्थे एक छोटा जिहा गुरुद्वारा, उत्थे जदों असी दीवान लाए 25-30 प्रेमी अंबर छकण वास्ते तैयार हो गए। 4 जने तो असी सां, पर 5वां प्यारा ही है नहीं सी। असी 3 घंटे इंतजार की, पर बड़ी भी 5वां प्यारा कित्थों आए, सैकड़े मील दूर पंजाब है। पर एक चिट्टे दाड़े वाला
ਲਗਭਗ ਐਂ ਲੱਗਦਾ ਸੀ ਜਿਵੇਂ 50-60 ਸਾਲ ਦੀ ਉਮਰ। ਅੰਮ੍ਰਿਤਧਾਰੀ ਕੋਈ ਸਿੰਘ ਸਾਹਿਬ ਆ ਗਿਆ, ਆਖਣ ਲੱਗਾ ਅੰਮ੍ਰਿਤ ਛਕਾਉਣਾ, ਮੈਨੂੰ ਪਤਾ ਹੈ ਤੇ ਮੈਨੂੰ ਲਾ ਲਓ ਵਿੱਚ। ਅਸੀਂ ਆਖਿਆ ਤੁਸੀਂ ਕਿੰਨੀਆਂ ਬਾਣੀਆਂ ਜਾਣਦੇ ਹੋ? ਤਾਂ ਉਹਨਾਂ ਕਿਹਾ ਮੈਂ ਸਾਰੀਆਂ ਬਾਣੀਆਂ ਪੜ੍ਹਨੀਆਂ ਜਾਣਨਾ, ਜਿੱਥੇ ਮਰਜ਼ੀ ਲਾ ਦਿਓ। ਅਸੀਂ ਕਿਹਾ ਚੰਗਾ ਸਿੰਘ ਸਾਹਿਬ ਜੀ, ਤੁਸੀਂ ਜਪਜੀ ਸਾਹਿਬ ਦਾ ਪਾਠ ਕਰਿਓ, ਰਹਿਤ ਮੇਰਾ ਦਾ ਸੁਣਾਇਓ। ਮੈਂ ਵਿੱਚ ਸੀ ਉਹਨਾਂ ਪੰਜਾਂ ਪਿਆਰਿਆਂ ਦੇ। ਜਦੋਂ ਅਸੀਂ ਅੰਮ੍ਰਿਤ ਛਕਾਇਆ, ਰਹਿਤਾਂ ਕਰੈਤਾਂ ਦਸੀਆਂ, ਤੇ ਫਿਰ ਅਸੀਂ ਕਿਹਾ ਵੀ ਸਿੰਘ ਸਾਹਿਬ ਜੀ ਦਾ ਐਡਰੈਸ ਲਿਖ ਲਈਏ। ਉਹ ਦਰਵਾਜ਼ਾ ਹੋਇਆ, ਲੱਭਿਆ ਹੀ ਨਹੀਂ ਕਿੱਧਰ ਗਿਆ, ਪਤਾ ਹੀ ਨਹੀਂ ਲੱਗਿਆ। ਮਹਾਂਪੁਰਸ਼ ਕਹਿਣ ਲੱਗੇ, ਆਪ ਜੀ ਅੱਖਾਂ ਭਰ ਆਏ ਸੀ, ਕਹਿਣ ਲੱਗੇ ਮੈਂ ਵੀ ਰੋ ਪਿਆ ਜਿਨ੍ਹਾਂ ਅੰਮ੍ਰਿਤ ਛਕਿਆ, ਉਹਨਾਂ ਦੇ ਵੀ ਨੇਤਰਾਂ 'ਚ ਝੱਲ। ਇਹ ਕੌਣ ਸਰਦਾਰ ਸਿੰਘ ਕਿੱਧਰੋਂ ਆਇਆ, ਕਿੱਧਰ ਚਲਾ ਗਿਆ? ਗੁਰੂ ਮਹਾਰਾਜ ਨੇ ਕਿਹਾ ਸਾ, ਪੰਥ ਖਾਲਸਾ ਖੇਤੀ ਮੇਰੀ ਕਰੂੰ ਸੰਭਾਲ ਮੈਂ ਤਿਸ ਕੇਰੀ। ਕਿ ਪੰਜਾਂ ਪਿਆਰਿਆਂ ਦੇ ਵਿੱਚ ਹੋ ਕੇ ਸੈਂਕੜੇ ਮੀਲ ਦੂਰ ਜੇ ਪਿਆਰਾ ਨਹੀਂ ਲੱਭਾ, ਤੇ ਆਪ ਜੀ ਜਿਵੇਂ ਸੈਣ ਨਾਈ ਦਾ ਰੂਪ ਧਾਰ ਕੇ, ਜਿਵੇਂ ਧੀਏ ਦਾ, ਕਬੀਰ ਦਾ, ਬਹੁਤ ਬੈਣੀ ਦਾ, ਕਿੰਨੇ ਕੁ ਦੱਸੇ ਜਾਣ ਸੰਤ ਕਰਮ ਸਿੰਘ ਜੀ ਹੋਤੀ ਮਰਦਾਨ ਵਾਲਿਆਂ ਦਾ। ਤੇ ਅੱਜ ਆਪ ਹੀ ਪਿਆਰਾ ਬਣ ਕੇ ਜਪਜੀ ਸਾਹਿਬ ਦਾ ਪਾਠ ਕਰਕੇ ਤੇ ਰਹਿਤਾਂ ਕਰੈਤਾਂ ਦੱਸ ਕੇ ਗਏ ਨੇ। ਤੇ ਉਹ ਦੱਸਦੇ ਹੁੰਦੇ ਸੀ ਕਿ ਉਹ ਜਿਹੜਾ ਅਲੋਪ ਹੋ ਗਿਆ, ਉਹਨੇ ਦੱਸਿਆ ਸਿੱਖੋ ਸ਼ਰਾਬ ਨਹੀਂ ਪੀਣੀ, ਮਾਸ ਨਹੀਂ ਖਾਣਾ, ਤਮਾਕੂ ਨਹੀਂ ਖਾਣਾ, ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਵਖਾਣਾ, ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ। ਉਹ ਸਾਰੀ ਰਹਿਤ ਮਰਿਆਦਾ ਦੇ ਬਚਨ ਇੱਥੋਂ ਤੱਕ ਉਹਨਾਂ ਮਹਾਂਪੁਰਖਾਂ ਦੇ ਬਚਨ ਇਸੇ ਹੀ ਸਟੇਜ 'ਤੇ 10 ਸਾਲ ਪੁਰਾਣੇ। ਮੈਂ ਬੇਨਤੀ ਕਰ ਰਿਹਾ ਸੀ ਕਿ ਰਹਿਤਾਂ ਤੇ ਕਰੈਤਾਂ ਦਸੀਆਂ। ਹੁਣ ਜਿਸ ਨੇ ਗੁਰੂ ਵਾਲੇ ਬਣਨਾ ਉਹ ਅੰਮ੍ਰਿਤ ਛਕ ਲਵੇ। ਜਿਹਨੇ ਗੁਰੂ ਵਾਲੇ ਬਣਨਾ, ਗੁਰੂ ਤੇਗ ਬਹਾਦਰ ਮਹਾਰਾਜ ਜੀ ਤੱਕ ਤਾਂ ਸੀ ਚਰਨ ਪਾਉਣ, ਚਰਨਾਮਤ ਸਿੱਖਾਂ ਪਲਾਇਆ। ਜੇ ਕਿਹਾ ਜਾਏ ਕਿ ਸਾਨੂੰ ਗੁਰੂ ਵਾਲੇ ਬਣਨਾ ਜ਼ਰੂਰੀ ਹੈ। ਇੱਕ ਵਾਰੀ ਜਦੋਂ ਵੱਡੇ ਮਹਾਰਾਜ ਜੀ ਆਏ ਸੀ ਬਿਲਾਸਪੁਰ ਗੰਨਾ ਸੁਸਾਇਟੀ, ਸੰਨ 1972, ਆਪਾਂ ਦੀਵਾਨ ਸੁਣੇ ਸੀ, ਬਹੁਤ ਸਾਰੇ ਪ੍ਰੇਮੀ ਵਿੱਚ ਬੈਠੇ ਹੋਣੇ। ਤੇ ਇੱਕ ਜੋੜਿਆਂ ਵਿੱਚ ਮਹਾਂਪੁਰਸ਼ਾਂ ਨਾਲ ਗੱਲ ਕਰ ਰਹੇ ਸੀ, ਤਲਵਾੜਾ ਸਾਹਿਬ ਵਾਲਿਆਂ ਨਾਲ ਜੀ। ਮੈਂ ਭੋਗ ਤੋਂ ਬਾਅਦ ਮਹਾਂਪੁਰਸ਼ਾਂ ਨੂੰ ਮਿਲਣਾ ਹੈ, ਠੀਕ ਹੈ ਮੈਂ ਵੀ ਗੁਰੂ ਵਾਲਾ ਬਣੂ। ਕੀ ਇਹ ਦੱਸਣਗੇ ਕਿ ਗੁਰੂ ਨਾਨਕ ਜੀ ਦਾ ਗੁਰੂ ਕੌਣ? ਉਸ ਵੇਲੇ ਆਪ ਜੀ ਰਾਜੇ ਹਰੀ ਚੰਦ ਦੀ ਕਥਾ ਕਰਦੇ ਹੋਏ ਇੱਕਦਮ ਬਦਲਿਆ ਉਸ ਪ੍ਰਕਰਨ। ਸਾਧ ਸੰਗਤ, ਰਾਜੇ ਹਰੀ ਚੰਦ ਦੀ ਕਥਾ ਚੱਲ ਰਹੀ ਸੀ। ਕਈਆਂ ਨੂੰ ਗੁਰੂ ਵਾਲੇ ਬਣਨ ਵਿੱਚ ਸ਼ੰਕਾ ਹੁੰਦਾ ਹੈ ਕਿ ਗੁਰੂ ਨਾਨਕ ਜੀ ਦਾ ਗੁਰੂ ਕੌਣ? ਪ੍ਰੇਮੀਆਂ ਧਿਆਨ ਨਾਲ ਸੁਣ। ਅਪਰੰਪਰ ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜੀਓ। ਗੁਰੂ ਨਾਨਕ ਜੀ ਵਈ ਵਿੱਚ ਚੁੱਭੀ ਮਾਰ ਕੇ ਬਾਬਾ ਪੈਂਦਾ ਸੱਚਖੰਡ ਨੌ ਨਿਤ ਨਾਮ ਗਰੀਬੀ ਪਾਈ। ਵਾਹਿਗੁਰੂ ਗੁਰੂ ਨਾਨਕ ਸਾਹਿਬ ਤਾਂ ਵਾਹਿਗੁਰੂ ਜੀ ਨੇ ਉਹ ਨਾਮ ਸਤਨਾਮ ਵਾਹਿਗੁਰੂ ਤੇ ਜੋ ਪੜ੍ਹ ਸੁਣਾਇਆ ਸੰਸਾਰ ਵਿੱਚ ਵੰਡੋ। ਆਪ ਜੀ ਨੇ ਇਹ ਵੀ ਦੱਸਿਆ ਕਿ ਵਾਹਿਗੁਰੂ ਗੁਰੂ ਨਾਨਕ ਹੈ ਤੇ ਦੋ ਕਿਵੇਂ ਹੋ ਗਏ? ਇੱਕ ਹੈ, ਅਨੇਕ ਹੈ, ਅਨੇਕ ਹੈ ਫਿਰ ਇੱਕ ਹੈ। ਤੇ ਬਰੂਪੀਏ ਦੀ ਸਾਖੀ ਸੁਣਾਈ ਕਿ ਵਿਰਕਤ ਮਹਾਤਮਾ ਕਿਹੋ ਜਿਹੇ ਹੁੰਦੇ ਨੇ। ਆਪਾਂ ਸਾਧ ਸੰਗਤ ਜੀ ਰਾਜੇ ਹਰੀ ਚੰਦ ਦੀ ਕਥਾ ਕਰ ਰਹੇ ਸਨ। ਇਹ ਸਨ ਬਚਨ ਸਨ 1972 ਵੱਡੇ ਮਹਾਰਾਜ ਜੀ ਦੇ। ਸੋ ਆਦ ਅੰਤ ਏਕ ਅਵਤਾਰਾ, सोई गुरु समझो हमारा, नमस्कार तिसी को हमारी, सकल प्रजा जिन आप सवारी। वो जो शब्द गुरु है वो आप बोल के दसे पातशाहियां विच ते गुरु ग्रंथ साहिब विच दस रहे हैं कि वो शब्द गुरु है। याद रहे गुरु नानक जी लंका विच राजे शिवलाभ नूं दर्शन दिते। आखन लगे राजन गुरु शरीर नहीं हुंदा, गुरु शब्द हुंदा है। तो उन्हें क्या महाराज जी आप शरीर करके दर्शन दे रहे हो। बचन होया 2.5 गज कपड़ा लिया भी साढ़े लक नूं कमर कस्सा बन दे। वो बजदा नहीं हवा वांगू हथ च। फिर गुरु गोबिंद सिंह महाराज जी ने सचखंड हजूर साहिब जथेदार संतोख सिंह जदों चरण फड़ रहा ਸਿੰਘੋ ਤੁਹਾਨੂੰ ਕਿੰਨਾ ਸਮਝਾਇਆ, गुरु शरीर नहीं हुंदा, गुरु शब्द हुंदा। ਇਹ ਤਾਂ ਅਸੀਂ ਆਪਣੀ ਜੋਗ ਮਾਇਆ ਨਾਲ ਬਣਾਇਆ ਹੋਇਆ ਸੀ, ਤੁਹਾਨੂੰ ਦਰਸ਼ਨ ਦੇ ਰਹੇ ਸੀ।
ਗੁਰੂ ਨਾਨਕ ਦੇ ਬਚਨ ਫਿਰ ਦੁਹਰਾਏ, ਉਸ ਗੁਰਬਾਣੀ ਨਾਲ ਜੁੜੋ, ਉਸ ਸ਼ਬਦ ਨਾਲ ਜੁੜੋ, ਉਸ ਸਿਮਰਨ ਨਾਲ ਜੁੜੋ, ਉਸ ਵਾਹਿਗੁਰੂ ਨਾਲ ਜੁੜੋ, ਤੇ ਫਿਰ ਬੇੜਾ ਜਿਹੜਾ ਹੈ ਨਾ ਪਾਰ ਹੋ ਜਾਏਗਾ। ਉਹਨੂੰ ਨਾਮ ਆਖਦੇ ਨੇ ਤੇ ਉਹਨੂੰ ਇਸ ਤਰ੍ਹਾਂ ਪੜ੍ਹਿਆ ਜਾਂਦਾ ਹੈ। ਤੇਰਾ ਨਾਮ ਤੁਲਹਾ ਬੇੜੀ ਚੜ ਕੇ ਪਾਰ ਲੰਘਣਾ, ਤੇਰਾ ਨਾਮ ਤੁਲਹਾ ਬੇੜੀ ਚੜ ਕੇ ਪਾਰ ਲੰਘਣਾ, ਚੜ ਕੇ ਪਾਰ ਲੰਘਣਾ, ਚੜ ਕੇ ਪਾਰ ਲੰਘਣਾ, ਤੇਰਾ ਨਾਮ ਤੁਲਹਾ ਬੇੜੀ ਚੜ ਕੇ ਪਾਰ ਲੰਘਣਾ, ਨਾਮ ਤੁਲਹਾ ਬੇੜੀ ਚੜ ਕੇ ਪਾਰ ਲੰਘਣਾ। ਮਾਤ ਪਿਤਾ ਸੁਤਮੀਤ ਨਾ ਭਾਈ, ਮਨ ਉਹਾਂ ਨਾਮ ਤੇਰੇ ਸੰਗ ਸਹਾਈ। ਪਰ ਸਾਰਿਆਂ ਦੇ ਨਹੀਂ, ਜਿਹੜਾ ਜਪੇਗਾ, ਗੁਰੂ ਵਾਲਾ ਬਣੇਗਾ, ਸਿਮਰਨ ਕਰੇਗਾ, ਉਹਦੇ ਨਾਲ ਤੇ ਨਾਮ ਜਾਏਗਾ। ਤੇ ਬਾਕੀ ਜਿਹਨੇ ਰੱਬ ਦਾ ਨਾਮ ਲਿਆ ਹੀ ਨਹੀਂ, ਉਹਦੇ ਨਾਲ ਕਿਵੇਂ ਜਾਏਗਾ? ਹੋ ਹੀ ਨਹੀਂ ਸਕਦਾ, ਉਹਨਾਂ ਦੇ ਜਾਏਗਾ। ਸੋ ਇਸ ਕਰਕੇ ਬਹੁਤ ਹੀ ਚੰਗੇ ਕਿਤੇ ਕਰਮ ਹੋਣ। ਆ ਬੋੜ ਦਾ ਦਰਖਤ ਹੁੰਦਾ ਨਾ, ਬੋੜ ਦਾ, ਜਿੰਨੇ ਇਹਦੇ ਪੱਤੇ ਹੁੰਦੇ ਨੇ, ਐਨੇ ਚੰਗੇ ਕਰਮ ਹੋਣ ਤੇ ਕਿਤੇ ਜਨਮ ਮਿਲਦਾ, ਮਨੁੱਖ ਜਨਮ। ਜਿੰਨੀਆਂ ਗੋਲਾਂ ਛੋਟੀਆਂ ਛੋਟੀਆਂ, ਛੋਟੇ ਬੇਰਾਂ ਜਿੱਡੀਆਂ, ਵੱਡਿਆਂ ਬੋੜਾਂ ਤੇ ਬਹੁਤ ਹੁੰਦੀਆਂ। ਐਨੇ ਚੰਗੇ ਕਰਮ ਹੋਣ ਤਾਂ ਇਹ ਸਾਧ ਸੰਗਤ ਵਿੱਚ ਆਉਂਦਾ। ਤੇ ਜਿਹੜੇ ਗੋਲਾਂ ਵਿੱਚ ਬੀਜ ਹੁੰਦੇ ਨੇ, ਛੋਟੇ ਛੋਟੇ ਨਿੱਕੇ ਨਿੱਕੇ, ਲੱਖਾਂ ਹੀ ਹੁੰਦੇ ਨੇ, ਖਸਖਸ ਦੇ ਦਾਣੇ ਜਿਹੜੇ। ਇੰਨੇ ਚੰਗੇ ਕਰਮ ਹੋਣ ਤਾਂ ਇਹ ਅੰਮ੍ਰਿਤ ਛਕਦਾ, ਨਹੀਂ ਤੇ ਸਲਾਮਾਂ ਹੀ ਕਰਦਾ ਮਰ ਜਾਂਦਾ ਹੈ। ਫੇਰ ਵੇਖਾਂਗੇ, ਫੇਰ ਵੇਖਾਂਗੇ, ਸਵਾਸਾਂ ਦਾ ਕੋਈ ਪਤਾ ਨਹੀਂ ਹੁੰਦਾ। ਮਕਰੋਈ ਪਿੰਡ ਜਿੱਥੋਂ ਦੇ ਭਾਈ ਸ਼ਿੰਗਾਰਾ ਸਿੰਘ ਜੀ ਅੱਜ ਕੱਲ੍ਹ ਇੱਥੇ ਅੰਮ੍ਰਿਤ ਛਕਾ ਰਹੇ ਨੇ, ਪੰਜਾਂ ਪਿਆਰਿਆਂ ਦੇ ਜਥੇਦਾਰ। ਉੱਥੇ ਅੰਮ੍ਰਿਤ ਤਿਆਰ ਹੋ ਰਿਹਾ ਸੀ, ਕਈ ਸਾਲ ਹੋ ਗਏ। ਇੱਕ ਗੋਪਾਲ ਸਿੰਘ ਇਹਨਾਂ ਦੇ ਪਿੰਡ ਦਾ, ਜਥੇ ਵਾਲਿਆਂ ਕਿਹਾ ਬਾਪੂ ਜੀ ਅੰਮ੍ਰਿਤ ਛਕ ਲੈ। ਕਹਿੰਦੇ ਜਦੋਂ ਫੇਰ ਆਓਗੇ ਅਗਲੇ ਸਾਲ। ਅਗਲੇ ਸਾਲ ਦਾ ਕੋਈ ਭਰੋਸਾ ਹੈ? ਅੰਮ੍ਰਿਤ ਛਕਾਇਆ ਗਿਆ। ਸਾਡੇ ਸ਼ੇਖ ਸੋਨੇ ਛਕਿਆ ਸੀ, ਸ਼ਾਮੀ ਸ਼ੀਰੇ ਅੰਮ੍ਰਿਤ ਛਕਾ ਕੇ ਪੰਜ ਪਿਆਰੇ ਗੁਰਦੁਆਰਾ ਸਾਹਿਬ ਤੋਂ ਬਾਹਰ ਨਿਕਲੇ। ਉਹ ਪ੍ਰੇਮੀ ਘਰ ਗਿਆ, ਰਹਿਰਾਸ ਦਾ ਪਾਠ ਕੀਤਾ, ਸਵੇਰੇ ਉੱਠਿਆ, ਨਹਾ ਧੋ ਕੇ ਬਾਣੀਆਂ ਦਾ ਪਾਠ ਕੀਤਾ, ਚਾਹ ਛਕਣ ਲੱਗਾ। ਥੋੜ੍ਹਾ ਪਾਠ ਬਾਕੀ ਰਹਿੰਦਾ ਸੀ, ਉਹ ਚੜ੍ਹਾਈ ਵੀ ਕਰ ਗਿਆ, 8 ਪੈਰ ਵੀ ਨਹੀਂ ਕੱਢੇ। ਚੰਡੀਗੜ੍ਹ ਇੱਕ ਲੜਕਾ, ਘਰਦਿਆਂ ਨੇ ਰੋਕ ਦਿੱਤਾ, ਅਗਲੇ ਐਤਵਾਰ ਅੰਮ੍ਰਿਤ ਤਿਆਰ ਹੋਣਾ, ਤੂੰ ਫੇਰ ਛਕ ਲਈ। ਕਣਕ ਨੂੰ ਪਾਣੀ ਲਾਉਣ ਗਿਆ, ਸੱਪ ਡਸ ਕੇ ਮਰ ਗਿਆ। ਅਗਲਾ ਹਫ਼ਤਾ ਆਇਆ ਹੀ ਨਹੀਂ। ਐਡੇ ਤਾਂ ਸਾਡੇ ਲੰਮੇ ਦਾਅਵੇ ਨੇ ਕਿ ਅਸੀਂ ਇੰਨਾ ਚਿਰ ਰਹਿਣਾ ਹੈ, ਆਉਂਦੇ ਸਾਲ ਐਂ ਕਰਾਂਗੇ, ਆਉਂਦੇ ਸਾਲ। ਸਰੀਰ ਵਿੱਚ ਚੱਲਦੇ ਸਵਾਸਾਂ ਦੀ ਕੋਈ ਬੁਨਿਆਦ ਨਹੀਂ। ਪਰ ਜਿਹੜਾ ਇਹਨੂੰ ਕੱਪੜਾ ਪਾਇਆ, ਦਰਜੀ ਦਾਅਵੇ ਨਾਲ ਦਸਤਖਤ ਕਰ ਦਿੰਦਾ ਵੀ ਜੇ 6 ਮਹੀਨੇ ਪਹਿਲਾਂ ਫਟ ਗਿਆ ਮੈਂ ਫੇਰ ਸੀ ਦੂੰ। ਗੱਡੀਆਂ ਮੋਟਰਾਂ ਵਾਲਿਆਂ ਨੇ ਠੇਕੇ ਲੈ ਲਏ, ਬੀਮੇ ਵਾਲਿਆਂ ਨੇ ਲੈ ਲਏ, ਜਿਹੜਾ ਮਨੁੱਖ ਜੋੜਾ ਪਾਉਂਦਾ ਉਹਨਾਂ ਠੇਕੇ ਲੈ ਲਏ।
जे इन्ना चिर ना रहा तो दोबारा तो ਇਹਦਾ कोई ठेका नहीं जे भी घड़ी क है कि नहीं है, ये नहीं दोबारा मिलना। इयों पढ़ लो। तेन बार बार ना मिलनी मानस देही देही, बार बार ना मिलनी मानस देही मानस देही। लंब है, दोबारा नहीं, एक बारी मिलता है मनुख जन्म। इस करके गुरु घर विच ये मर्यादा है। ये शब्द पढ़ लो एक, फिर आप फतेह बुलानी है। श्री हरमंदर साहिब पटना साहिब तो आए हुए सत्कारयोग बहुत ही गुरमुख प्यारे नाम रसीए जथेदार जी आप जी, आप सारे ने उन्होंने बचन सुनने, क्योंकि फिर 2 बजे सारी समाप्ति हो जानी है, फिर जाना होना है। इस करके सो आप एक शब्द पढ़ के फिर फतेह बुलानी है तो आप उन्होंने बचन सुनने ने, जिस वास्ते आप बहुत उतावले बहुत इंतजार विच एक एक बचन अमोल जिन्हों ने कल सुने उन्होंने पता है, तो जेड़े बेचारे आए ही नहीं उन्होंने नहीं ना पता। सो पढ़ो फिर फतेह बुलाइए जरा गज वज के, नाले जिन्होंने कुछ नींदर जी आ रही है ना वो भी हट जाएगी। तो इयों पढ़ो। पियो पाल खंडे तार होवे जन्म सहेला, पाल खंडे होवे जन्म सहेला।
ਹਾਂਜੀ ਵਾਹ ਵਾਹ ਗੋਬਿੰਦ ਸਿੰਘ, ਵਾਹ ਵਾਹ ਗੋਬਿੰਦ ਸਿੰਘ, ਵਾਹ 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 ਗੋਬਿੰਦ ਸਿੰਘ, 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 ਵਾਹ ਵਾਹ ਗੋਬਿੰਦ ਸਿੰਘ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ